Hello student, today our topic is power factor. ਇਲੈਕਟ੍ਰੀਕਲ ਦੇ ਵਿੱਚ ਇੱਕ ਪਾਵਰ ਫੈਕਟਰ ਕਨਸੈਪਟ ਹੁੰਦਾ ਹੈ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੁੰਦਾ ਸਾਡੇ ਖਾਸ ਤੌਰ ਤੇ ਏਸੀ ਸਰਕਟਸ ਲਈ। ਇਸ ਲਈ ਇਹ ਅੱਜ ਦਾ ਟੌਪਿਕ ਆਪਣਾ ਪਾਵਰ ਫੈਕਟਰ ਹੈ। ਤੁਹਾਡਾ ਪੂਰਾ ਇੱਕ ਚੈਪਟਰ ਹੈ, ਉਹਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਪਾਵਰ ਫੈਕਟਰ ਤੋਂ। ਔਰ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਨਸੈਪਟ ਆਫ ਪਾਵਰ ਫੈਕਟਰ, ਡਿਸਐਡਵਾਂਟੇਜ ਆਫ ਪਾਵਰ ਫੈਕਟਰ, ਕਾਜ਼ਜ਼ ਆਫ ਲੋ ਪਾਵਰ ਫੈਕਟਰ। ਇਹ ਤਿੰਨ ਕਨਸੈਪਟ ਜਿਹੜੇ ਆ ਆਪਾਂ ਅੱਜ ਡਿਸਕਸ ਕਰਨੇ ਆ। ਅੱਜ ਦਾ ਆਪਣਾ ਇਹ ਟੌਪਿਕ ਹੈਗਾ ਕਨਸੈਪਟ ਆਫ ਪਾਵਰ ਫੈਕਟਰ। ਕੀ ਹੁੰਦਾ, ਕਹਿੰਦਾ ਇਨ ਜਨਰਲ ਪਾਵਰ ਇਜ਼ ਦਾ ਕਪੈਸਿਟੀ ਟੂ ਡੂ ਵਰਕ। ਆਮ ਤੌਰ 'ਤੇ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੀ ਪਾਵਰ ਹੁੰਦੀ ਹੈ ਨਾ, ਉਹ ਕੰਮ ਕਰਨ ਦੀ ਕਪੈਸਿਟੀ ਹੁੰਦੀ ਆ, ਚਾਹੇ ਉਹ ਕਿਸੇ ਇਨਸਾਨ 'ਚ ਹੋਵੇ, ਚਾਹੇ ਕਿਸੇ ਟੌਪਿਕ 'ਤੇ, ਚਾਹੇ ਕਿਸੇ ਵੀ ਐਨਰਜੀ ਦੇ ਵਿੱਚ ਆਪਾਂ ਦੇਖਣਾ ਹੋਵੇ ਕਿ ਜਿਹੜਾ ਬੰਦੇ ਦੀ ਪਾਵਰ ਹੈ ਉਹ ਕੀ ਆ, ਉਹਦੇ ਕੰਮ ਕਰਨ ਦੀ ਕਪੈਸਿਟੀ, ਕਿੰਨੀ ਤਾਕਤ ਹੈ ਉਹਦੇ ਵਿੱਚ। ਇੱਦਾਂ ਕਹਿੰਦਾ ਇਨ ਇਲੈਕਟ੍ਰੀਕਲ ਡੋਮੇਨ ਇਲੈਕਟ੍ਰੀਕਲ ਪਾਵਰ ਇਜ਼ ਦਾ ਅਮਾਊਂਟ ਆਫ ਇਲੈਕਟ੍ਰੀਕਲ ਐਨਰਜੀ। ਇਲੈਕਟ੍ਰੀਕਲ ਪਾਵਰ ਕੀ ਆ, ਇਜ਼ ਦਾ ਅਮਾਊਂਟ ਆਫ ਇਲੈਕਟ੍ਰੀਕਲ ਐਨਰਜੀ that can be transferred to some other form, heat, light, etc. per unit time। ਮਤਲਬ ਇੱਕ ਪਰ ਯੂਨਿਟ ਟਾਈਮ ਦੇ ਵਿੱਚ, ਇੱਕ ਯੂਨਿਟ ਟਾਈਮ ਦੇ ਵਿੱਚ ਅਗਰ ਆਪਾਂ ਕੋਈ ਇਲੈਕਟ੍ਰੀਕਲ ਐਨਰਜੀ ਤੋਂ ਦੂਸਰੀ ਕੋਈ ਐਨਰਜੀ ਕਨਵਰਟ ਕਰ ਦਿੰਦੇ ਹਾਂ, ਜਿੱਦਾਂ ਕੋਈ ਹੀਟ, ਲਾਈਟ ਜਾਂ ਕੋਈ ਵੀ ਜਿਹੜੀ ਇਲੈਕਟ੍ਰੀਕਲ ਐਨਰਜੀ ਤੋਂ ਆਪਾਂ ਕੰਮ ਲੈਂਦੇ ਹਾਂ, ਉਸ ਐਨਰਜੀ 'ਚ ਉਹਨੂੰ ਕਨਵਰਟ ਕਰਦੇ ਹਾਂ ਕਿੰਨੇ ਪਰ ਯੂਨਿਟ ਟਾਈਮ ਦੇ ਵਿੱਚ, ਦੈਟ ਇਜ਼ ਕਾਲਡ ਇਲੈਕਟ੍ਰੀਕਲ ਪਾਵਰ। ਮਤਲਬ ਐਨਰਜੀ ਮਲਟੀਪਲਾਈਡ ਬਾਏ ਮਤਲਬ ਐਨਰਜੀ ਯੂਜ਼ਡ ਇਨ ਏ ਪਰਟੀਕੂਲਰ ਟਾਈਮ, ਯੂਨਿਟ ਟਾਈਮ, ਇੱਕ ਯੂਨਿਟ ਟਾਈਮ। ਉਸ ਪਰਟੀਕੂਲਰ ਯੂਨਿਟ ਟਾਈਮ ਦੇ ਵਿੱਚ ਜਿਹੜੀ ਆਪਾਂ ਐਨਰਜੀ ਯੂਜ਼ ਕੀਤੀ ਔਰ ਉਹ ਤੋਂ ਜਿੰਨਾ ਆਪਾਂ ਕੰਮ ਲੈ ਲਿਆ। ਹੁਣ ਇਹ ਇਲੈਕਟ੍ਰਿਕ ਐਨਰਜੀ ਤੋਂ ਆਪਾਂ ਕੀ ਕੰਮ ਕਰਨਾ, ਕਹਿੰਦੇ ਐਨਰਜੀ ਜਿਹੜੀ ਆ ਉਹ ਕਨਵਰਟ ਕੀਤੀ ਜਾ ਸਕਦੀ ਹੈ ਦੂਜੀ ਐਨਰਜੀ ਦੇ ਵਿੱਚ। ਸੋ ਆਪਾਂ ਇਹਨੂੰ ਹੀਟ ਜਾਂ ਲਾਈਟ ਜਾਂ ਜਿੱਥੇ ਆਪਾਂ ਯੂਟੀਲਾਈਜ਼ ਕਰ ਰਹੇ ਹਾਂ ਦੂਸਰੀ ਐਨਰਜੀਜ਼ ਦੇ ਵਿੱਚ, ਮੈਕੈਨੀਕਲ ਐਨਰਜੀ ਆ ਜਾਂ ਹੀਟ ਐਨਰਜੀ ਆ ਜਾਂ ਲਾਈਟ ਐਨਰਜੀ ਆ, ਉਸ ਐਨਰਜੀ 'ਚ ਜਦੋਂ ਕਨਵਰਟ ਕਰਦੇ ਹਾਂ ਕਿਸੇ ਇੱਕ ਅਮਾਊਂਟ ਨੂੰ, ਇਲੈਕਟ੍ਰੀਕਲ ਐਨਰਜੀ ਦੇ ਅਮਾਊਂਟ ਨੂੰ ਇੱਕ ਯੂਨਿਟ ਟਾਈਮ ਦੇ ਵਿੱਚ, ਤਾਂ ਦੈਟ ਇਜ਼ ਕਾਲਡ ਇਲੈਕਟ੍ਰੀਕਲ ਪਾਵਰ। ਹੁਣ ਕਹਿੰਦਾ ਮੈਥਮੈਟਿਕਲੀ ਇਟ ਇਜ਼ ਦਾ ਪ੍ਰੋਡਕਟ ਆਫ ਵੋਲਟੇਜ ਅਕਰੋਸ ਦਾ ਐਲੀਮੈਂਟ ਐਂਡ ਕਰੰਟ ਫਲੋਇੰਗ ਥਰੂ ਇਟ। ਹੁਣ ਕਿਸੇ ਵੀ ਮਤਲਬ ਪ੍ਰੋਡਕਟ ਦੇ ਵਿੱਚ ਆਪਾਂ ਜੇ ਕੋਈ ਵੋਲਟੇਜ ਆਪਾਂ ਉਹਨੂੰ ਦਿੰਦੇ ਹਾਂ ਉਸ ਐਲੀਮੈਂਟ ਨੂੰ, ਮੰਨ ਲਓ ਕੋਈ ਸਿੰਪਲ ਜਾਂ ਕੋਈ ਇਕਵਿਪਮੈਂਟ ਆਪਾਂ ਉਹਨੂੰ ਵੋਲਟੇਜ ਦਿੱਤੀ, ਤਾਂ ਉਹਦੇ 'ਚੋਂ ਜਿੰਨਾ ਕਰੰਟ ਫਲੋ ਕੀਤਾ ਆਪਾਂ ਨੂੰ ਕਹਿੰਦੇ ਹਾਂ ਦਿਸ ਇਜ਼ ਦਾ ਪਾਵਰ ਕੰਜ਼ਿਊਮਡ ਬਾਏ ਦੈਟ ਪਰਟੀਕੂਲਰ ਐਲੀਮੈਂਟ। ਜੋ ਵੀ ਐਲੀਮੈਂਟ ਹੈ ਉਹਨੂੰ ਜਿੰਨੀ ਆਪਾਂ ਪਾਵਰ ਦਿੱਤੀ, ਮਤਲਬ ਉਹਨੇ ਆਪਾਂ ਨੂੰ ਦਿੱਤੀ। ਕਹਿੰਦਾ ਕੰਸੀਡਰ ਫਸਟ ਡੀਸੀ ਸਰਕਟ। ਹੁਣ ਪਹਿਲਾਂ ਆਪਾਂ ਡੀਸੀ ਸਰਕਟਸ, ਕਿਉਂਕਿ ਏਸੀ ਡੀਸੀ ਦੋ ਸਰਕਟਸ ਹੁੰਦੇ ਆ, 200 ਕਰੰਟ ਹੁੰਦੇ ਆ, ਇੱਕ ਡੀਸੀ ਇੱਕ ਏਸੀ। ਹੁਣ ਆਪਾਂ ਡੀਸੀ ਦੇ ਵਿੱਚ ਕਹਿੰਦਾ ਕੀ ਕਹਿੰਦੇ ਆ, ਕਹਿੰਦਾ ਕੰਸੀਡਰਿੰਗ ਫਸਟ ਦਾ ਡੀਸੀ ਕਰੰਟ ਸਰਕਟਸ ਹੈਵਿੰਗ ਓਨਲੀ ਡੀਸੀ ਵੋਲਟੇਜ ਸੋਰਸ। ਹੁਣ ਮਤਲਬ ਡੀਸੀ ਜਿਹੜਾ ਆ ਉਹਦੇ ਵਿੱਚ ਸਿਰ ਡੀਸੀ ਸੋਰਸ ਆ, ਏਸੀ ਸੋਰਸ ਦਾ ਆਪਾਂ ਕੰਸੀਡਰ ਨਹੀਂ ਕਰਦੇ। ਜਿੱਦਾਂ ਕਹ ਲਓ ਬੈਟਰੀਜ਼ ਵਗੈਰਾ ਦੀ ਸਪਲਾਈ ਜਿਹੜੀ ਆ, ਆਪਾਂ ਡੀਸੀ ਵੋਲਟੇਜ ਲੈ ਕੇ ਕਹਿੰਦਾ ਐਂਡ ਦਾ ਇੰਡਕਟਰ ਐਂਡ ਕਪੈਸਿਟਰ ਬਿਹੇਵ ਐਜ਼ ਸ਼ਾਰਟ ਸਰਕਟ। ਉਹਦੇ 'ਚ ਇੰਡਕਟਰ ਅਤੇ ਕਪੈਸਿਟਰ ਜਿਹੜੇ ਆਪਾਂ ਖਤਮ ਕਰ ਦਿੰਦੇ ਹਾਂ ਐਂਡ ਓਪਨ ਸਰਕਟ ਰਿਸਪੈਕਟਿਵਲੀ ਇਨ ਸਟੈਡੀ ਸਟੇਟ। ਕਿਸੇ ਵੀ ਮਤਲਬ ਡੀਸੀ ਸਰਕਟ ਵਿੱਚ ਜਿਹੜਾ ਇੰਡਕਟੈਂਸ ਅਤੇ ਕਪੈਸਿਟੈਂਸ ਜਿਹੜਾ ਉਹ ਨਹੀਂ ਬਿਹੇਵ ਕਰਦਾ ਹੈਗਾ, ਜਸਟ ਉਹ ਆਪਾਂ ਸਿਰਫ ਡੀਸੀ ਸੋਰਸ ਰੈਜ਼ਿਸਟੈਂਸ ਲੈਂਦੇ ਹਾਂ। ਕਹਿੰਦਾ ਹਿੰਸ ਦਾ ਐਂਟਾਇਰ ਸਰਕਟ ਬਿਹੇਵਸ ਐਜ਼ ਰੈਜ਼ਿਸਟਿਵ ਸਰਕਟ। ਇਸ ਕਰਕੇ ਕਹਿੰਦਾ ਜੋ ਵੀ ਸਪੋਜ਼ ਕਰੋ ਮਤਲਬ ਕੋਈ ਸਰਕਟ ਹੈ, ਸਪੋਜ਼ ਕਰੋ ਆਪਾਂ ਇੱਕ ਫੈਨ ਦੀ ਗੱਲ ਕਰਦੇ ਹਾਂ, ਫੈਨ, ਚਲੋ ਫੈਨ ਦੀ ਗੱਲ ਹੀ ਕਰ ਲਓ, ਫੈਨ ਆ। ਹੁਣ ਆਪਾਂ ਅਗਰ ਉਹਨੂੰ ਲੋ ਵੋਲਟੇਜ ਡੀਸੀ ਦਿੰਦੇ ਹਾਂ, ਸਪੋਜ਼ ਕਰੋ ਆਪਾਂ ਉਹਨੂੰ 6 ਵੋਲਟ ਡੀਸੀ ਸਪਲਾਈ ਦੇ ਦਿੱਤੀ। ਹੁਣ ਉਹਦੇ ਵਿੱਚੋਂ ਜੋ ਕਰੰਟ ਫਲੋ ਕਰੇਗਾ, ਵੋਲਟੇਜ 6 ਸੀ, ਕਰੰਟ ਫਲੋ ਕਰੇਗਾ ਅਕੋਰਡਿੰਗ ਟੂ ਓਮਸ ਲਾ, ਉਹ ਜਿਹੜਾ ਪਰਟੀਕੂਲਰ ਉਹਦੇ ਵਿੱਚ ਜੋ ਫਲੋ ਕਰ ਰਿਹਾ ਜਾਂ ਉਹਨੂੰ ਪੋਜ਼ ਕਰ ਰਿਹਾ, ਜਿਹੜੀ ਵੋਲਟੇਜ ਕਰੰਟ ਫਲੋ ਕਰ ਰਿਹਾ, ਉਹਨੂੰ ਓਪੋਜੀਸ਼ਨ ਜਿਹੜੀ ਆ ਸਿਰਫ ਕੀ ਆ, ਉਸ ਇੰਡਕਟਿਵ ਕੋਇਲ ਦੀ ਰੈਜ਼ਿਸਟੈਂਸ, ਜਿੰਨੀ ਉਹਦੀ ਰੈਜ਼ਿਸਟੈਂਸ, ਉਹਦੇ 'ਚ ਉਹਦੀ ਇੰਡਕਟੈਂਸ ਨਹੀਂ ਕੰਸੀਡਰ ਹੋਏਗੀ, ਉਹਦੀ ਕਪੈਸਿਟਰ ਨਹੀਂ ਕੰਸੀਡਰ ਹੋਏਗਾ, ਕਿਉਂਕਿ ਉਹ ਡੀਸੀ ਸਪਲਾਈ ਆ। ਠੀਕ ਹੈ ਜੀ। ਹੁਣ ਇੱਦਾਂ ਕਹਿੰਦਾ ਹਿੰਸ ਐਂਟਾਇਰ ਸਰਕਟ ਬਿਹੇਵਸ ਐਜ਼ ਰੈਜ਼ਿਸਟਿਵ ਸਰਕਟ। ਪੂਰਾ ਜਿਹੜਾ ਉਹ ਐਂਟਾਇਰ ਸਰਕਟ ਨੂੰ ਆਪਾਂ ਰੈਜ਼ਿਸਟਿਵ ਸਰਕਟ ਬਣ ਕੇ ਜਾਂਦੇ ਆ। ਐਂਡ ਐਂਟਾਇਰ ਇਲੈਕਟ੍ਰੀਕਲ ਪਾਵਰ ਇਜ਼ ਡੈਸੀਪੇਟਡ ਇਨ ਦਾ ਫਾਰਮ ਆਫ ਹੀਟ। ਤਾਂ ਉਹਦੇ ਵਿੱਚ ਜਿੰਨੇ ਵੀ, ਹੁਣ ਦੇਖੋ ਕਹਿੰਦਾ ਐਂਟਾਇਰ ਪਾਵਰ ਇਜ਼ ਡੈਸੀਪੇਟਡ ਇਨ ਦਾ ਫਾਰਮ ਆਫ ਹੀਟ। ਹੁਣ ਜੇ ਆਪਾਂ ਸਪੋਜ਼ ਕਰੋ ਇੱਕ ਫੈਨ ਆ, ਸਪੋਜ਼ ਸਿੰਪਲ ਐਗਜ਼ਾਮਪਲ ਲੈਂਦੇ ਆਪਾਂ, ਸਪੋਜ਼ ਉਹ ਇੱਕ ਫੈਨ ਆ, ਉਹ 220 ਵੋਲਟ ਏਸੀ 'ਤੇ ਚੱਲਦਾ ਹੈਗਾ। ਹੁਣ ਆਪਾਂ ਅਗਰ ਉਹਨੂੰ 220 ਵੋਲਟ ਡੀਸੀ ਦੇ ਦਿਆਂਗੇ,
ਹੁਣ ਕੀ ਹੋਏਗਾ, ਉਹਦੀ ਇੰਡਕਟਿਵ ਨਹੀਂ ਉਹਦੀ ਕੰਸੀਡਰ ਹੋਏਗੀ। ਉਹ ਜੇ ਅਗਰ ਉਹਦਾ ਕੋਈ ਕਪੈਸਿਟਰ ਵਿੱਚ ਲੱਗਾ ਹੋਇਆ, ਕੋਈ ਫੈਨ 'ਚ ਕਪੈਸਿਟਰ ਵੀ ਲੱਗਾ ਹੁੰਦਾ, ਉਹ ਵੀ ਨਹੀਂ ਕੰਸੀਡਰ ਹੋਏਗਾ। ਕੀ ਹੋਏਗਾ, ਇਕੱਲਾ ਓਨਲੀ ਰੈਜ਼ਿਸਟੈਂਸ ਕੰਸੀਡਰ ਹੋਣਗੀ। ਹੁਣ ਇੰਨੀ ਹਾਈ ਉਹਦੀ ਰੈਜ਼ਿਸਟੈਂਸ ਜਿਹੜੀ ਆ ਉਹ ਬਹੁਤ ਲੋ ਆ, ਕੋਇਲ ਦੀ ਰੈਜ਼ਿਸਟੈਂਸ ਜਿਹੜੀ ਆ ਉਹ ਬਹੁਤ ਲੋ ਹੁੰਦੀ ਆ। ਹੁਣ ਇੰਨੀ ਲੋ ਰੈਜ਼ਿਸਟੈਂਸ ਦੇ ਕ੍ਰੋਸ ਅਗਰ ਤੁਸੀਂ 220 ਵੋਲਟ DC ਦੇ ਦੋਗੇ ਤਾਂ ਕੀ ਕਹਿੰਦਾ, ਜਿਹੜੀ ਜਿੰਨੀ ਵੀ ਪਾਵਰ ਜਿਹੜੀ ਉਹਦੇ ਵਿੱਚ ਜਾਏਗੀ ਉਹ ਸਾਰੀ ਇਨ ਦਾ ਫਾਰਮ ਆਫ ਹੀਟ, ਉਹ ਹੀਟ 'ਚ ਕਨਵਰਟ ਹੋ ਜਾਏਗੀ। ਇਸ ਕਰਕੇ ਅਗਰ ਆਪਾਂ ਕਿਸੇ AC ਨੂੰ AC ਸਰਕਟ ਦੇ ਫੈਨ ਨੂੰ, ਮਤਲਬ ਕੋਈ ਫੈਨ ਆ ਉਹਨੂੰ AC ਨੂੰ ਆਪਾਂ ਦਿੰਦੇ ਹਾਂ, ਬਟ ਉਹਦੀ ਜਗ੍ਹਾ ਤੇ ਆਪਾਂ ਅਗਰ ਉਹਨੂੰ 220 ਵੋਲਟ DC ਦੇ ਦਾਂਗੇ ਤਾਂ ਉਹ ਕੀ ਹੈ, ਇੰਨੀ ਹੀਟ ਪ੍ਰੋਡਿਊਸ ਹੋਏਗੀ ਕਿ ਤੁਹਾਡੀ ਜਿਹੜੀ ਕੋਇਲ ਆ ਉਹ ਖਤਮ ਹੋ ਜਾਏਗੀ। ਇਸ ਤਰ੍ਹਾਂ ਇਹ DC ਸਰਕਟ ਦੇ ਵਿੱਚ ਕੱਲਾ ਕਹਿੰਦਾ ਰੈਜ਼ਿਸਟੈਂਸ ਹੀ ਕੰਸੀਡਰ ਕੀਤੀ ਜਾਂਦੀ ਆ। ਹੁਣ ਇਹ ਫੈਨ ਦੀ ਜਿਹੜੀ ਆਪਾਂ ਗੱਲ ਕੀਤੀ ਹੈ, ਇਹਦੇ ਵਿੱਚ ਰੈਜ਼ਿਸਟੈਂਸ ਜਿਹੜੀ ਆ ਉਹ ਬਹੁਤ ਥੋੜੀ ਹੁੰਦੀ ਆ, ਠੀਕ ਹੈ ਨਾ। ਇਸ ਕਰਕੇ ਉਹ ਜਿੰਨੀ ਵੀ ਕਰੰਟ ਜਿਹੜਾ ਫਲੋ ਕਰੇਗਾ ਸਾਰਾ ਹੀਟ ਦੇ ਵਿੱਚ ਕਨਵਰਟ ਹੋ ਕੇ ਸਾਰਾ ਜਿਹੜਾ ਉਹ ਸਾਡੀ ਕੋਇਲ ਜਿਹੜੀ ਖਤਮ ਹੋ ਜਾਏਗੀ। ਕਹਿੰਦਾ ਹੇਅਰ ਦਾ ਵੋਲਟੇਜ ਐਂਡ ਕਰੰਟ ਆਰ ਇਨ ਸੇਮ ਫੇਜ਼। ਹੁਣ ਬਟ ਇਹਦੇ ਵਿੱਚ ਕਹਿੰਦਾ ਜਿਹੜਾ ਵੋਲਟੇਜ ਤੇ ਕਰੰਟ, ਅਗਰ ਆਪਾਂ ਫੇਸ ਦੀ ਗੱਲ ਕਰੀਏ, ਅਗਰ 0 ਰੈਫਰੈਂਸ ਮੰਨ ਕੇ ਚੱਲੀਏ ਔਰ ਆਪਾਂ 0 ਡਿਗਰੀ ਤੇ ਵੋਲਟੇਜ ਨੂੰ ਲੈ ਕੇ ਚੱਲਦੇ ਹਾਂ ਤਾਂ ਦੈਨ ਕਰੰਟ ਵੀ ਉਹਦੇ ਮਗਰ 0 ਡਿਗਰੀ ਤੇ ਹੀ ਜਾਏਗਾ ਇਨ DC ਸਰਕਟਸ, ਜਿੱਥੇ ਕੱਲੀ ਰੈਜ਼ਿਸਟੈਂਸ ਆਪਾਂ ਕੰਸੀਡਰ ਕਰਦੇ ਹਾਂ। ਇਹ ਤੁਸੀਂ ਤੀਜੇ ਸਮੈਸਟਰ ਪੜ੍ਹਿਆ ਵੀ ਹੈਗਾ। ਐਂਡ ਕਰੰਟ ਆਰ ਇਨ ਸੇਮ ਫੇਜ਼ ਦਾ ਟੋਟਲ ਇਲੈਕਟ੍ਰੀਕਲ ਪਾਵਰ ਇਜ਼ ਗਿਵਨ ਬਾਏ। ਹੁਣ ਟੋਟਲ ਉਸ ਕੇਸ ਦੇ ਟੋਟਲ ਇਲੈਕਟ੍ਰੀਕਲ ਪਾਵਰ ਕਿੱਦਾਂ ਗਿਣਾਂਗੇ ਆਪਾਂ, ਇਲੈਕਟ੍ਰੀਕਲ ਪਾਵਰ ਇਕੁਅਲ ਟੂ ਵੋਲਟੇਜ ਸੋਰਸ ਦਾ ਵੋਲਟੇਜ ਅਕ੍ਰੋਸ ਦਾ ਐਲੀਮੈਂਟ, ਮਤਲਬ ਜੋ ਉਸ ਐਲੀਮੈਂਟ ਦੇ ਅਕ੍ਰੋਸ ਵੋਲਟੇਜ ਸੀਗੀ ਇਨਟੂ ਕਰੰਟ ਥਰੂ ਦਾ ਐਲੀਮੈਂਟ, ਤੇ ਉਹਦੇ ਵਿੱਚੋਂ ਦੀ ਜਿੰਨਾ ਕਰੰਟ ਫਲੋ ਲਿਆ, ਮਤਲਬ ਜਿਹੜੀ ਪਾਵਰ ਕੀ ਬਣੇਗੀ V ਇੰਟੂ I ਇਨ ਕੇਸ ਆਫ DC, ਪਿਓਰ DC ਪਲੱਸ ਰੈਜ਼ਿਸਟਰ ਸਰਕਟਸ ਜਿਹੜੇ ਆ। ਹੁਣ ਇਹ ਕਹਿੰਦਾ ਇਟਸ ਯੂਨਿਟ ਇਜ਼ ਵਾਟ, ਉਹਦੇ ਵਿੱਚ ਜਿਹੜੇ ਉਹਦਾ ਯੂਨਿਟਸ ਆਪਾਂ ਗਿਣਾਂਗੇ ਵਾਟ, ਮਤਲਬ P ਇਕੁਅਲ ਟੂ VI ਵਾਟਸ ਐਂਡ ਇਕੁਅਲ ਟੂ ਜੂਲਸ ਪਰ ਸੈਕਿੰਡ। ਜੂਲ ਇਹ ਮਕੈਨੀਕਲ ਯੂਨਿਟ ਹੈ, ਜੂਲ ਪਰ ਸੈਕਿੰਡ ਜਿਹੜਾ ਉਹ ਹੀਟ ਯੂਨਿਟ ਹੈ, ਜੂਲਸ ਪਰ ਸੈਕਿੰਡ ਜਿਹੜਾ ਉਹ ਕਨਵਰਟ ਹੁੰਦਾ ਹੈਗਾ ਇਹਦੇ ਵਿੱਚ, ਜਿਹੜੀ ਆਪਾਂ ਇਲੈਕਟ੍ਰੀਕਲ ਵਾਟਸ ਜਿਹੜੇ ਆਪਾਂ ਗਿਣਦੇ ਹੈਗੇ ਆ। ਇਸ ਤਰ੍ਹਾਂ ਇਹ ਜਿਹੜਾ ਕਨਸੈਪਟ ਫਸਟ ਸਟੈਪ ਸੀਗਾ ਇਹਦਾ। ਅੱਗੇ ਆਪਾਂ ਹੁਣ ਨੈਕਸਟ ਦੇਖਦੇ ਹਾਂ ਕਿੱਦਾਂ। ਹੁਣ ਕਹਿੰਦਾ ਨਾਓ ਕਮਿੰਗ ਟੂ AC ਸਰਕਟ। ਪਹਿਲਾਂ ਹੁਣ ਆਪਾਂ DC ਡਿਸਕਸ ਕੀਤਾ, ਹੁਣ AC ਸਰਕਟਸ ਵਿੱਚ ਤੁਸੀਂ ਪੜ੍ਹਿਆ ਹੋਊਗਾ, ਦੇਖੋ ਕੀ ਹੁੰਦਾ, ਹੇਅਰ ਬੋਥ ਇੰਡਕਟਰ ਐਂਡ ਕਪੈਸਿਟਰ ਆਫਰ ਏ ਸਰਟਨ ਅਮਾਊਂਟ ਆਫ ਇੰਪੀਡੈਂਸ ਗਿਵਨ ਬਾਏ। ਹੁਣ ਉਹ 'ਚ ਇਕੱਲੀ ਰੈਜ਼ਿਸਟੈਂਸ ਕੰਸੀਡਰ ਕੀਤੀ ਗਈ ਸੀ, ਬਟ ਕਹਿੰਦਾ ਜਦੋਂ ਆਪਾਂ AC ਸਰਕਟ ਜਿਹੜੇ ਯੂਜ਼ ਕਰਦੇ ਹਾਂ ਉਹਦੇ ਵਿੱਚ ਇੰਡਕਟਰ ਤੇ ਕਪੈਸਿਟਰ ਇਹ ਵੀ ਕੰਸੀਡਰ ਕੀਤੇ ਜਾਂਦੇ ਆ, ਕਿਉਂਕਿ AC ਦੇ ਵਿੱਚ ਫ੍ਰੀਕੁਐਂਸੀ ਹੈ, AC ਫਲਕਚੁਏਟਿੰਗ ਕਰੰਟ ਹੈਗਾ, AC ਸਾਈਨੋਸਾਈਡਲ ਵੇਵ ਚੱਲਦੀ, ਦੇਖੋ ਪੋਜ਼ਿਟਿਵ ਉੱਪਰ ਨੂੰ, ਫਿਰ 0, ਫਿਰ ਨੈਗੇਟਿਵ ਥੱਲੇ ਨੂੰ, ਇਸ ਤਰ੍ਹਾਂ ਇਹ ਸਰਕਟ ਬਣਦਾ। ਉਹਦੇ ਕਰਕੇ ਉਹਦੇ ਵਿੱਚ ਫ੍ਰੀਕੁਐਂਸੀ AC ਵਿੱਚ ਫ੍ਰੀਕੁਐਂਸੀ ਹੁੰਦੀ ਆ, ਤੇ ਜਿਹੜੇ ਸਾਡੇ ਇੰਡਕਟਰ ਹੈ ਤੇ ਕਪੈਸਿਟਰ ਹੈ ਡਿਊ ਟੂ ਫ੍ਰੀਕੁਐਂਸੀ, ਇਸ ਕਰਕੇ ਇਹਦਾ ਕਹਿੰਦਾ XL ਇਕੁਅਲ ਟੂ 2πFL, ਪਾਈ ਕੌਂਸਟੈਂਟ, 2 ਕੌਂਸਟੈਂਟ, F ਫ੍ਰੀਕੁਐਂਸੀ ਤੇ L ਜਿਹੜਾ ਉਹਦਾ ਇੰਡਕਟੈਂਸ ਜਿੰਨੀ ਹੈਗੀ ਉਹਦੀ, ਇਹਨੂੰ ਕਹਿੰਦੇ ਆਪਾਂ ਇੰਡਕਟਿਵ ਰਿਐਕਟੈਂਸ। ਹੁਣ ਆ ਗਿਆ XC, ਦਿਸ ਇਜ਼ ਕਪੈਸਿਟਿਵ ਰਿਐਕਟੈਂਸ। ਹੁਣ ਇਹ ਇਕੁਅਲ ਟੂ 1/2πFC, ਸੇਮ ਚੀਜ਼ 2πF ਸੇਮ ਹੋ ਗਿਆ। C ਜਿਹੜੀ ਉਹਦੀ ਕਪੈਸਿਟੈਂਸ, ਉਸ ਪਰਟੀਕੂਲਰ ਕਪੈਸਿਟੈਂਸ ਦੀ ਵੈਲਿਊ ਜਿਹੜੀ ਆ ਉਹਨੂੰ ਆਪਾਂ ਕੰਸੀਡਰ ਕਰਕੇ ਚੱਲਾਂਗੇ ਤਾਂ XC ਆ ਜਾਏਗਾ। ਅਗਰ L ਜਿਹੜੀ ਉਹਦੀ ਇੰਡਕਟੈਂਸ ਦੀ ਵੈਲਿਊ ਕੰਸੀਡਰ ਕਰਕੇ ਚੱਲਾਂਗੇ ਤਾਂ ਉਹ XL ਆ ਜਾਏਗਾ। ਹੁਣ ਕੋਈ AC ਸਰਕਟ ਦੇ ਵਿੱਚ ਦੇਖੋ, ਹੁਣ ਸਪੋਜ਼ ਕਰੋ, ਹੁਣ ਆਪਾਂ ਫੈਨ ਦੀ ਗੱਲ ਹੀ ਕਰਦੇ ਹਾਂ। ਇਸ ਫੈਨ ਦੇ ਵਿੱਚ ਦੇਖੋ ਹੁਣ ਕੋਇਲ ਹੈ, ਇੰਡਕਟੈਂਸ ਵੀ ਆ ਗਈ, ਕਪੈਸਿਟਰ ਲੱਗਾ ਵਿੱਚ, ਕਪੈਸਿਟੈਂਸ ਵੀ ਆ ਗਈ, ਤੇ ਉਹਦੀ ਪਰਟੀਕੂਲਰ ਕੋਇਲ ਦੀ ਕੁਛ ਰੈਜ਼ਿਸਟੈਂਸ ਵੀ ਹੋਏਗੀ, ਉਹ ਵੀ ਕੰਸੀਡਰ ਕਰਾਂਗੇ। ਹੁਣ ਇਹਦੇ ਕਰਕੇ ਇਹਦੇ ਵਿੱਚ ਜਿਹੜੀ ਟੋਟਲ ਅਮਾਊਂਟ ਜਿਹੜੀ ਆ ਜੀ ਆਪੋਜੀਸ਼ਨ ਜਿਹਨੂੰ ਆਪਾਂ ਕਹਿੰਦੇ ਆ, ਹੁਣ ਇਸ ਸਰਕਟ ਦੇ ਵਿੱਚ ਕੀ ਹੋਏਗੀ, ਇੰਪੀਡੈਂਸ। ਕੀ ਹੋਏਗੀ, ਇੰਪੀਡੈਂਸ। ਕਹਿੰਦਾ ਦਾ ਇੰਡਕਟਰ ਸਟੋਰਸ ਇਲੈਕਟ੍ਰੀਕਲ ਐਨਰਜੀ ਇਨ ਦਾ ਫਾਰਮ ਆਫ ਮੈਗਨੈਟਿਕ ਐਨਰਜੀ। ਹੁਣ ਜਿਹੜਾ ਇੰਡਕਟਰ ਆ ਉਹਦੇ ਵਿੱਚ ਜਿਹੜੀ ਕੁਛ ਐਨਰਜੀ ਕੰਜ਼ਿਊਮ ਹੋ ਰਹੀ ਆ, ਮਤਲਬ ਜਿਹੜੀ ਯੂਜ਼ ਕਰ ਰਿਹਾ ਜਾਂ ਸਟੋਰ ਕਰ ਰਿਹਾ, ਉਹ ਕਿਸ ਫਾਰਮ 'ਚ ਕਰ ਰਿਹਾ, ਮੈਗਨੈਟਿਕ ਐਨਰਜੀ ਦੇ ਫਾਰਮ ਦੇ ਵਿੱਚ। ਮਤਲਬ ਇਲੈਕਟ੍ਰੀਕਲ ਐਨਰਜੀ ਕੰਜ਼ਿਊਮ ਹੋਈ, ਯੂਜ਼ ਹੋਈ, ਫੈਨ ਚੱਲਿਆ, ਬਟ ਉਹਦੇ ਨਾਲ ਜਿਹੜਾ ਇੰਡਕਟਰ ਸੀ ਉਹਨੇ ਕੁਛ ਮੈਗਨੈਟਿਕ ਐਨਰਜੀ ਵੀ ਯੂਜ਼ ਕੀਤੀ। ਐਂਡ ਕਪੈਸਿਟਰ ਸਟੋਰਸ ਇਲੈਕਟ੍ਰੀਕਲ ਐਨਰਜੀ ਇਨ ਦਾ ਫਾਰਮ ਆਫ ਇਲੈਕਟ੍ਰੋਸਟੈਟਿਕ ਐਨਰਜੀਜ਼। ਹੁਣ ਜਿਹੜਾ ਕਪੈਸਿਟਰ ਹੈ ਉਹਦੇ 'ਚ ਇਲੈਕਟ੍ਰੋਸਟੈਟਿਕ ਐਨਰਜੀ ਜਿਹੜੀ ਆ ਉਹ ਸਟੋਰ ਹੋ ਗਈ। ਹੁਣ ਦੋ ਐਨਰਜੀ ਸਟੋਰ ਹੋ ਗਈਆਂ, ਇੱਕ ਮੈਗਨੈਟਿਕ ਐਨਰਜੀ ਸਟੋਰ ਹੋ ਗਈ, ਇੱਕ ਇਲੈਕਟ੍ਰੋਸਟੈਟਿਕ ਐਨਰਜੀ ਸਟੋਰ ਹੋ ਗਈ। ਤੀਜੀ ਐਨਰਜੀ ਜਿਹੜੀ ਕਨਵਰਟ ਹੋ ਗਈ, ਸਾਡਾ ਫੈਨ ਜਿਹੜਾ ਚੱਲ ਰਿਹਾ ਹੈਗਾ, ਸਾਨੂੰ ਹਵਾ ਦੇ ਰਿਹਾ। ਕਹਿੰਦਾ ਨੀਦਰ ਆਫ ਦੈਮ ਡੈਸੀਪੇਟਸ ਇਟ, ਇਹਨਾਂ ਵਿੱਚ ਕੋਈ ਵੀ ਜਿਹੜੀ ਹੈ ਡੈਸੀਪੇਟ ਨਹੀਂ ਹੋ ਸਕਦੀ। ਫਰਦਰ ਦੇਅਰ ਇਜ਼ ਏ ਫੇਜ਼ ਸ਼ਿਫਟ ਬਿਟਵੀਨ ਵੋਲਟੇਜ ਐਂਡ ਕਰੰਟ। ਹੁਣ ਜਿਹੜੀ ਇਹ ਕਹਿੰਦਾ ਕਿ ਇਲੈਕਟ੍ਰੀਕਲ ਐਨਰਜੀ ਜਿਹੜੀ ਇੰਡਕਟਿਵ ਐਨਰਜੀ ਜਿਹੜੀ ਮੈਗਨੈਟਿਕ ਐਨਰਜੀ ਆ ਤੇ ਇਲੈਕਟ੍ਰੋਸਟੈਟਿਕ ਐਨਰਜੀ ਆ, ਉਹ ਕਹਿੰਦਾ ਕਿਸੇ ਵੀ ਤਰ੍ਹਾਂ ਡੈਸੀਪੇਟ ਨਹੀਂ ਹੋ ਰਹੀ, ਸ਼ੋ ਨਹੀਂ ਹੋ ਰਹੀ, ਦਿਖਾਈ ਨਹੀਂ ਦੇ ਰਹੀ, ਬਟ ਅੰਦਰ ਜਨਰੇਟ ਹੋ ਰਹੀ ਹੈ, ਹੋ ਰਿਹਾ ਹੈ ਸਾਰਾ ਕੁਛ।
ਕਹਿੰਦਾ ਫਰਦਰ देयर इज़ अ फेज शिफ्ट बिटवीन वोल्टेज एंड करंट। ਹੁਣ ਇਹਦੇ ਨਾਲ ਹੀ ਕੀ ਹੋ ਗਿਆ, ਕਹਿੰਦਾ ਵੋਲਟੇਜ ਤੇ ਕਰੰਟ ਦੇ ਵਿੱਚ ਇੱਕ, ਕਿਉਂਕਿ ਦੇਖੋ ਮਤਲਬ ਇਹ ਫਲਕਚੁਏਟ ਕਰਿਆ ਕਰਨ ਪੋਜ਼ਿਟਿਵ ਨੈਗੇਟਿਵ, ਇੱਦਾਂ ਸਾਡਾ ਕਰੰਟ ਵੀ ਇਹਦੇ ਮਗਰ ਮਗਰ ਪੋਜ਼ਿਟਿਵ ਨੈਗੇਟਿਵ, ਇਸ ਕਰਕੇ ਕਹਿੰਦਾ ਫੇਜ਼ ਅੱਗੇ ਜਾਏਗਾ, ਮਤਲਬ ਵੋਲਟੇਜ ਤੇ ਜਿਹੜਾ ਕਰੰਟ ਹੈ ਇਹਨਾਂ ਦੋਨਾਂ ਦੇ ਵਿੱਚ ਕੁਛ ਫੇਜ਼ ਡਿਫਰੈਂਸ ਹੋਏਗਾ ਜ਼ਰੂਰ, ਪੋਜ਼ਿਟਿਵ ਹੋ ਸਕਦਾ ਨੈਗੇਟਿਵ ਹੋ ਸਕਦਾ, ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। हिंस वैन वी कंसिडर द इंटायर सर्किट कंसिस्टिंग ऑफ रजिस्टर। ਹੁਣ ਦੇਖੋ ਗੱਲ ਆ ਗਈ ਨਾ ਜਿਹੜੀ ਮੈਂ ਪਹਿਲਾਂ ਸਮਝਾਈ, ਕਹਿੰਦਾ ਕਿ ਅਗਰ ਆਪਾਂ ਪੂਰੇ ਇੰਟਾਇਰ ਸਰਕਟ ਨੂੰ ਆਪਾਂ ਹੁਣ ਕੰਸੀਡਰ ਕਰਦੇ ਹਾਂ, ਉਹਦੇ ਵਿੱਚ ਕੀ ਕੀ ਆਏਗਾ, ਰਜਿਸਟਰ, ਇੰਡਕਟਰ ਐਂਡ ਕੈਪੈਸਿਟਰ, ਤਿੰਨੇ ਚੀਜ਼ਾਂ ਲੱਗੀਆਂ ਹੋਈਆਂ। देयर एग्जिस्ट सम फेज डिफरेंस बिटवीन सोर्स वोल्टेज एंड करंट। ਹੁਣ ਉਹਦੇ 'ਚ ਫੇਸ ਡਿਫਰੈਂਸ ਜਦੋਂ ਕਹਿੰਦਾ ਆਪਾਂ ਰਜਿਸਟਰਸ ਵੀ ਲਵਾਂਗੇ, ਇੰਡਕਟਰ ਵੀ ਲਵਾਂਗੇ, ਕੈਪੈਸਿਟਰ ਵੀ ਲਵਾਂਗੇ, ਉਸ ਕੇਸ ਦੇ ਵਿੱਚ ਵੋਲਟੇਜ ਤੇ ਕਰੰਟ ਦੇ ਵਿੱਚ ਕੁਝ ਫੇਸ ਡਿਫਰੈਂਸ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈਗਾ। ਕਹਿੰਦਾ ਦ ਕੋਸਾਈਨ ਆਫ ਦਿਸ ਫੇਸ ਡਿਫਰੈਂਸ, ਹੁਣ ਧਿਆਨ ਨਾਲ ਸੁਣੋ, ਦ ਕੋਸਾਈਨ ਆਫ, ਲਾਸਟ ਪੈਰਾ ਆਇਆ, द कोसाइन ऑफ दिस फेज डिफरेंस इज़ कॉल्ड इलैक्ट्रिकल पावर फैक्टर। ਹੁਣ ਇਹ ਦੋਨਾਂ ਦਾ ਜਿਹੜਾ ਫੇਸ ਡਿਫਰੈਂਸ ਵੋਲਟੇਜ ਤੇ ਕਰੰਟ ਦੇ ਵਿੱਚ ਇਨ ਕੇਸ ਆਫ ਰਜਿਸਟਰ, ਇੰਡਕਟਰ ਐਂਡ ਕੈਪੈਸਿਟਰ ਵਾਲੇ ਸਰਕਟ ਸੇ, ਜਿੱਥੇ ਏਸੀ ਸਰਕਟ ਜਿਹੜਾ ਮਤਲਬ ਆਪਾਂ ਯੂਜ਼ ਕਰਦੇ ਹਾਂ, ਉਸ ਕੇਸ ਦੇ ਵਿੱਚ ਕਹਿੰਦਾ ਜਿਹੜਾ ਫੇਸ ਡਿਫਰੈਂਸ ਕ੍ਰੀਏਟ ਹੋ ਗਿਆ ਵੋਲਟੇਜ ਤੇ ਕਰੰਟ ਦੇ ਵਿੱਚ, ਉਹਦਾ ਜਿਹੜਾ ਕੋਸਾਈਨ ਹੈ, ਦ ਕੋਸਾਈਨ ਆਫ ਦਿਸ ਫੇਸ ਡਿਫਰੈਂਸ ਕਾਲਡ ਇਲੈਕਟ੍ਰੀਕਲ ਪਾਵਰ ਫੈਕਟਰ। ਦਿਸ ਫੈਕਟਰ ਰਿਪਰੈਜ਼ੈਂਟਸ ਦ ਫ੍ਰੈਕਸ਼ਨ ਆਫ ਟੋਟਲ ਪਾਵਰ। ਹੁਣ ਇਹ ਜਿਹੜਾ ਫੈਕਟਰ ਹੈ ਕਿਸ ਤਰ੍ਹਾਂ ਸ਼ੋ ਕਰਦਾ ਜਾਂ ਕਿਸ ਤਰ੍ਹਾਂ ਆਪਾਂ ਨੂੰ ਕਹਿੰਦੇ, ਕਹਿੰਦਾ ਫ੍ਰੈਕਸ਼ਨ ਆਫ ਟੋਟਲ ਪਾਵਰ ਦੀ ਥੋੜੀ ਜਿਹੀ ਫ੍ਰੈਕਸ਼ਨ ਜਿਹੜੀ ਆ ਉਹ ਇਹਨੂੰ ਪ੍ਰੈਜੈਂਟ ਕਰਦਾ ਹੈਗਾ, ਇਹ ਜਿਹੜਾ ਪਾਵਰ ਫੈਕਟਰ ਹੁੰਦਾ ਹੈਗਾ। ਦੈਟ ਇਜ਼ ਯੂਜ਼ ਟੂ ਡੂ ਦਾ ਯੂਜ਼ਫੁਲ ਵਰਕ। ਹੁਣ ਦੇਖੋ ਮੈਗਨੇਟ ਬਣਿਆ ਤਾਂ ਪੱਖਾ ਚੱਲਿਆ, ਜੇ ਮੈਗਨੇਟ ਨਾ ਬਣਦਾ ਪੱਖਾ ਨਹੀਂ ਚੱਲਣਾ ਸੀ, ਜੇ ਮੈਗਨੇਟ ਨਾ ਫੈਨ ਦੇ ਵਿੱਚ ਬਣਦਾ ਤੇ ਫੈਨ ਨਹੀਂ ਚੱਲਣਾ ਸੀ ਆਪਣਾ, ਠੀਕ ਹੈ ਨਾ। ਉਹ ਕਹਿੰਦਾ ਮੈਗਨੇਟ ਬਣਿਆ, ਕੁਛ ਫ੍ਰਿਕਸ਼ਨ ਲੈ ਕੇ ਪਾਵਰ ਦੀ ਮੈਗਨੇਟ ਬਣ ਗਿਆ, ਉਹਨੇ ਸਾਡਾ ਕੰਮ ਕੀਤਾ, ਕਿਹੜਾ ਕੰਮ ਕੀਤਾ, ਸਾਡੇ ਪੱਖੇ ਨੂੰ ਚਲਾਇਆ, ਠੀਕ ਹੈ। ਉਹ ਜਿਹੜੀ ਕੁਛ ਇੱਕ ਪਾਵਰ ਜਿਹੜੀ ਯੂਜ਼ ਕੀਤੀ, ਦੈਟ ਫ੍ਰੈਕਸ਼ਨ ਆਫ ਪਾਵਰ, ਦੈਟ ਇਜ਼ ਪਾਵਰ ਫੈਕਟਰ। ਦ ਅਦਰ ਫ੍ਰੈਕਸ਼ਨ ਆਫ ਇਲੈਕਟ੍ਰੀਕਲ ਪਾਵਰ ਇਜ਼ ਸਟੋਰਡ ਇਨ ਦ ਫਾਰਮ ਆਫ ਮੈਗਨੈਟਿਕ એનર્ਜੀ ਐਂਡ ਇਲੈਕਟ੍ਰੋਸਟੈਟਿਕ એનર્ਜੀ ਇਨ ਦ ਇੰਡਕਟਰ ਐਂਡ ਕੈਪੈਸਿਟਰ ਰਿਸਪੈਕਟਿਵਲੀ। ਹੁਣ ਮੈਗਨੇਟ ਬਣਿਆ, ਕੁਛ ਮੈਗਨੇਟ ਨੇ ਸਾਨੂੰ ਕੰਮ ਦਿੱਤਾ, ਪੱਖਾ ਚੱਲ ਪਿਆ, ਬਟ ਕੁਛ ਮੈਗਨੇਟ ਦੀ ਜਿਹੜੀ એનર્ਜੀ ਆ ਜਾਂ ਇਲੈਕਟ੍ਰੋਸਟੈਟਿਕ એનર્ਜੀ ਉਹਦੇ ਵਿੱਚ ਹੀ ਸਟੋਰ ਹੋ ਜਾਂਦੀ ਹੈ, ਮਤਲਬ ਕੋਇਲ ਦੇ ਜਾਂ ਕੈਪੈਸਿਟਰ ਦੇ ਵਿੱਚ, ਠੀਕ ਹੈ ਨਾ। ਇਸ ਤਰ੍ਹਾਂ ਇਹ ਸਟੱਡੀ ਜਿਹੜੀ ਚੱਲਦੀ ਆ। ਹੁਣ ਆਪਾਂ ਅੱਗੇ ਦੇਖਦੇ ਹਾਂ ਨੈਕਸਟ ਕੀ ਕਹਿੰਦਾ ਹੈ। ਹੁਣ ਦੇਖੋ ਟੋਟਲ ਪਾਵਰ ਇਨ ਦਿਸ ਕੇਸ ਇਜ਼, ਹੁਣ ਜਿਹੜਾ ਆਪਾਂ ਡਿਸਕਸ ਕੀਤਾ ਉਹਦੇ ਵਿੱਚ ਟੋਟਲ ਪਾਵਰ ਕਿੰਨੀ ਬਣੀ, ਟੋਟਲ ਪਾਵਰ ਬਣ ਗਈ ਵੋਲਟੇਜ ਕ੍ਰੋਸ ਦਾ ਐਲੀਮੈਂਟ ਇਨਟੂ ਕਰੰਟ ਥਰੂ ਦਾ ਐਲੀਮੈਂਟ। ਵੋਲਟੇਜ ਤੇ ਕਰੰਟ ਨੂੰ ਮਲਟੀਪਲਾਈ ਕਰ ਦਿੱਤਾ, ਦੈਟ ਇਜ਼ ਟੋਟਲ ਪਾਵਰ ਜੋ ਆਪਾਂ ਉਸ ਅਪਲਾਇੰਸਿਸ ਨੂੰ ਦੇਣੀ ਹੈਗੀ ਆ ਜਾਂ ਉਸ ਐਲੀਮੈਂਟ ਨੂੰ ਟੋਟਲ ਪਾਵਰ ਦਿੱਤੀ, ਉਹ ਕਿੰਨੀ ਬਣ ਗਈ, ਵੋਲਟੇਜ ਇਨਟੂ ਕਰੰਟ, ਠੀਕ ਹੈ। ਐਂਡ ਦਿਸ ਇਜ਼ ਕਾਲਡ ਐਪਰੈਂਟ ਪਾਵਰ। ਇਹਨੂੰ ਆਪਾਂ ਕਿਹੜੀ ਪਾਵਰ ਕਹਿ ਦਿੰਦੇ ਆ, ਐਪਰੈਂਟ ਪਾਵਰ, ਠੀਕ ਹੈ। ਟੋਟਲ ਪਾਵਰ, ਜਿਹੜੀ ਟੋਟਲ ਪਾਵਰ ਦਿੱਤੀ, ਦੈਟ ਇਜ਼ ਕਾਲਡ ਐਪਰੈਂਟ ਪਾਵਰ। ਐਂਡ ਇਟਸ ਯੂਨਿਟ ਇਜ਼ VA, ਤੇ ਯੂਨਿਟ ਕੀ ਬਣ ਗਿਆ ਇਹਦੇ, VA ਮਤਲਬ ਕੀ ਬਣਿਆ, ਵੋਲਟੇਜ ਅੰਪੀਅਰ, ਠੀਕ ਹੈ। ਐਂਡ ਡਿਨੋਟਡ ਬਾਏ S, ਤੇ ਇਹਨੂੰ ਡਿਨੋਟ ਕਰਦੇ ਹਾਂ ਆਪਾਂ, ਨੋਟ ਕਰਦੇ ਹਾਂ S ਦੇ ਤੌਰ ਤੇ, ਕੈਪੀਟਲ S ਕਰਕੇ ਮੰਨਦੇ ਆ ਐਪਰੈਂਟ ਪਾਵਰ ਜਿਹੜੀ ਹੁੰਦੀ ਆ। ਕਹਿੰਦਾ ਹੁਣ ਅੱਗੇ ਕੀ ਕਹਿੰਦਾ, ਇਹ ਫ੍ਰਿਕਸ਼ਨ ਆਫ ਟੋਟਲ ਪਾਵਰ। ਹੁਣ ਜਿਹੜੀ ਆਪਾਂ ਉੱਪਰ ਟੋਟਲ ਪਾਵਰ ਸੀ, ਕਹਿੰਦਾ ਇਹ ਫ੍ਰਿਕਸ਼ਨ ਆਫ ਦਿਸ ਟੋਟਲ ਪਾਵਰ ਵਿਚ ਡਜ਼ ਆਵਰ ਯੂਜ਼ਫੁਲ ਵਰਕ ਇਜ਼ ਕਾਲਡ ਐਕਟਿਵ ਪਾਵਰ। ਹੁਣ ਆਪਾਂ ਟੋਟਲ ਪਾਵਰ ਤਾਂ ਦੇਤੀ V ਇੰਟੂ I, ਉਹ ਦੇਤਾ, ਕਰੰਟ ਬਣ ਗਿਆ, ਟੋਟਲ ਪਾਵਰ ਬਣ ਗਈ, ਪਰ ਉਹਦੇ ਵਿੱਚ ਜਿਹੜਾ ਕਹਿੰਦਾ ਜਿਹੜਾ ਸਾਨੂੰ ਯੂਜ਼ਫੁਲ ਪਾਵਰ ਹੋਈ ਉਹ ਕੁਛ ਇੱਕ ਫ੍ਰੈਕਸ਼ਨ ਹੀ ਉਹਦੀ ਹੋਈ, ਕੁਛ ਇੱਕ ਫ੍ਰੈਕਸ਼ਨ ਜਿਹੜੀ ਆ ਯੂਜ਼ਫੁਲ ਪਾਵਰ ਹੈਗੀ ਆ। ਤੇ ਇਹ ਜਿਹੜੀ ਯੂਜ਼ਫੁਲ ਪਾਵਰ ਹੈਗੀ ਆ ਇਹਨੂੰ ਆਪਾਂ ਕਹਿੰਦੇ ਆ ਐਕਟਿਵ ਪਾਵਰ, ਇਹਨੂੰ ਆਪਾਂ ਕਹਿੰਦੇ ਆ ਐਕਟਿਵ ਪਾਵਰ। ਹੁਣ ਇਹ ਐਕਟਿਵ ਪਾਵਰ ਜਿਹੜੀ ਆ ਇਹ ਡਿਨੋਟ ਕੀਤੀ ਜਾਂਦੀ ਆ ਬਾਏ P, ਇਹਨੂੰ ਆਪਾਂ ਕੈਪੀਟਲ P ਮੰਨ ਕੇ ਚੱਲਦੇ ਹੈਗੇ। ਹੁਣ ਕੈਪੀਟਲ P ਇਕੁਅਲ ਟੂ ਐਕਟਿਵ ਪਾਵਰ, ਕਿਉਂਕਿ ਆਪਾਂ ਇਹਨੂੰ ਐਕਟਿਵ ਪਾਵਰ ਮੰਨਿਆ ਨਾ, ਇਕੁਅਲ ਟੂ ਕਿਹਦੇ ਬਰਾਬਰ ਕੀਤਾ, ਟੋਟਲ ਇਲੈਕਟ੍ਰੀਕਲ ਪਾਵਰ, ਜਿਹੜੀ ਉੱਪਰ ਆਪਾਂ VI ਦਿੱਤੀ, ਟੋਟਲ ਇਲੈਕਟ੍ਰੀਕਲ ਪਾਵਰ, ਤਾਂ ਉਹਦੇ 'ਚ ਯੂਜ਼ ਜਿਹੜੀ ਕੀਤੀ .cos5 ਪਾਵਰ ਫੈਕਟਰ, .cos5 ਐਂਡ ਇਟਸ ਯੂਨਿਟ ਇਜ਼ ਵਾਟਸ, ਇਹਨੂੰ ਆਪਾਂ ਵਾਟਸ ਕੰਸੀਡਰ ਕਰਦੇ। ਮਤਲਬ ਹੁਣ ਟੋਟਲ ਪਾਵਰ ਜਿਹੜੀ ਸੀ ਉਹਨੂੰ ਅਗਰ ਆਪਾਂ ਉਹਨੂੰ ਆਪਾਂ cos5 ਨਾਲ ਮਲਟੀਪਲਾਈ ਕਰ ਦਈਏ, ਪਾਵਰ ਫੈਕਟਰ ਨਾਲ ਮਲਟੀਪਲਾਈ ਕਰ ਦਈਏ, ਤਾਂ ਉਹ ਸਾਡੀ ਬਣ ਜਾਂਦੀ ਹੈ ਐਕਟਿਵ ਪਾਵਰ, ਜਿਹੜੀ ਐਕਸ਼ਨ 'ਚ ਆਈ ਇਨ ਕੇਸ ਆਫ AC। ਇਨ ਕੇਸ ਆਫ AC ਜਿਹੜੀ ਆ ਉਹ ਕੀ ਬਣ ਗਈ, ਸਾਡੀ ਟੋਟਲ ਜਿਹੜੀ ਐਕਟਿਵ ਪਾਵਰ ਜਿੰਨਾ ਆਪਾਂ ਕੰਮ ਲਿਆ। ਕਹਿੰਦਾ ਦ ਅਦਰ ਫ੍ਰੈਕਸ਼ਨ ਆਫ ਪਾਵਰ ਇਜ਼ ਕਾਲਡ ਰਿਐਕਟਿਵ ਪਾਵਰ। ਹੁਣ ਦੂਸਰੀ ਜਿਹੜੀ ਉਹਨੂੰ ਆਪਾਂ ਕਹਿੰਦੇ ਆ ਰਿਐਕਟਿਵ ਪਾਵਰ। ਹੁਣ ਰਿਐਕਟਿਵ ਪਾਵਰ ਡਜ਼ ਨੋ ਯੂਜ਼ਫੁਲ ਵਰਕ, ਉਹ ਯੂਜ਼ਫੁਲ ਕੰਮ ਤਾਂ ਨਹੀਂ ਉਹਨੇ ਕੀਤਾ, ਬਟ ਇਟ ਇਜ਼ ਰਿਕੁਆਇਰਡ ਫॉर ਦ ਐਕਟਿਵ ਵਰਕ ਟੂ ਬੀ ਡਨ। ਹੁਣ ਮਤਲਬ ਕੋਇਲ ਹੈ, ਆਪਾਂ ਫੈਨ ਦੀ ਗੱਲ ਕਰਦੇ, ਕੋਇਲ ਆ, ਕੋਇਲ 'ਚ ਅਗਰ ਮੈਗਨੇਟ ਬਣੇਗਾ ਤਾਂ ਫੈਨ ਘੁੰਮੇਗਾ ਨਾ, ਨਹੀਂ ਮੈਗਨੇਟ ਬਣੇਗਾ ਤਾਂ ਫੈਨ ਹੀ ਨਹੀਂ ਘੁੰਮਣਾ। ਐਂਡ ਦੈਟ ਇਜ਼ ਰਿਐਕਟਿਵ ਪਾਵਰ, ਜਿਹੜੀ ਮੈਗਨੇਟ ਬਣਿਆ ਘੁੰਮਿਆ ਉਹਦੇ ਵਿੱਚ ਨਾਲ ਜਿਹੜਾ ਸਾਡਾ ਫੈਨ
ਉਹਨੇ ਹੈਲਪ ਕੀਤੀ ਘੁਮਾਉਣ ਦੇ ਵਿੱਚ, ਦੈਟ ਇਜ਼ ਕਾਲਡ ਰਿਐਕਟਿਵ ਪਾਵਰ। ਐਂਡ ਵੀ ਡਿਨੋਟ ਨਹੀਂ ਹੈ, ਵੀ ਡਿਨੋਟ ਇਟ ਐਜ਼ ਕਿਊ। ਇਹਨੂੰ ਆਪਾਂ ਕੀ ਮੰਨ ਕੇ ਚੱਲਦੇ ਹਾਂ, ਕਿਊ। ਐਂਡ ਮੈਥਮੈਟਿਕਲੀ ਇਜ਼ ਕਿਊ ਇਕੁਅਲ ਟੂ ਕਿਹੜੀ ਪਾਵਰ ਹੁਣ ਇਹ ਰਿਐਕਟਿਵ, ਕਿਹੜੀ ਰਿਐਕਟਿਵ। ਪਹਿਲਾਂ ਇੱਕ ਐਕਟਿਵ ਸੀ, ਹੁਣ ਰਿਐਕਟਿਵ ਹੋ ਗਈ ਇਹ। ਐਂਡ ਟੋਟਲ ਇਲੈਕਟ੍ਰੀਕਲ ਪਾਵਰ ਇਨਟੂ ਕਿਹਦੇ ਬਰਾਬਰ ਕਹਿੰਦਾ ਇਹ, ਟੋਟਲ ਇਲੈਕਟ੍ਰੀਕਲ ਪਾਵਰ ਇਨਟੂ ਸਾਈਨ ਫਾਈ। ਹੁਣ ਪਹਿਲਾਂ ਕਾਸ ਫਾਈ ਸੀ, ਐਕਟਿਵ ਸੀ, ਤੇ ਸਾਈਨ ਫਾਈ ਜਿਹੜਾ ਉਹ ਬਣ ਗਿਆ ਰਿਐਕਟਿਵ। ਐਂਡ ਇਟਸ ਯੂਨਿਟ ਇਜ਼ VAR, ਵੀ ਵੋਲਟੇਜ, A ਕਰੰਟ, ਤੇ R ਇਜ਼ ਦਾ ਰਿਐਕਟਿਵ। ਜਸਟ ਸ਼ੋ ਕਰਨ ਲਈ ਵੀ ਰਿਐਕਟਿਵ ਪਾਵਰ ਹੈ, ਇਸ ਕਰਕੇ ਆਪਾਂ ਇਹਦੇ ਨਾਲ R ਲਾਤਾ, VAR। ਪਹਿਲੇ ਦੇ ਯੂਨਿਟ ਸੀਗੇ VA, ਦੂਜੇ ਯੂਨਿਟ ਸੀ ਵਾਟਸ, ਤੇ ਤੀਜਾ ਆ ਗਿਆ VAR। ਦਿਸ ਰਿਐਕਟਿਵ ਪਾਵਰ ਔਸੀਲੇਟਸ ਬਿਟਵੀਨ ਸੋਰਸ ਐਂਡ ਲੋਡ। ਕਹਿੰਦਾ ਜਿਹੜੀ ਹੁਣ ਇਹ ਰਿਐਕਟਿਵ ਪਾਵਰ ਹੈ ਇਹ ਚੱਲਦੀ ਕਿੱਥੇ ਕਿੱਥੇ ਆ, ਔਸੀਲੇਟਸ ਕਰਦੀ ਰਹਿੰਦੀ ਆ, ਕਿੱਥੋਂ ਲੈ ਕੇ, ਸੋਰਸ ਤੋਂ ਲੈ ਕੇ ਲੋਡ ਤੱਕ। ਮਤਲਬ ਜੇ ਆਪਾਂ ਫੈਨ ਦੀ ਗੱਲ ਕਰੀਏ ਤਾਂ ਸਵਿੱਚ ਤੋਂ ਲੈ ਕੇ ਲੋਡ ਤੱਕ ਇਹ ਔਸੀਲੇਟ ਕਰਦੀ ਰਹਿੰਦੀ ਇਹ ਜਿਹੜੀ ਪਾਵਰ ਆ। To help understand thus better all these powers are represented in the form of triangle। ਇਹਨੂੰ ਆਪਾਂ ਪਾਵਰ ਟ੍ਰਾਇੰਗਲ ਕਹਿੰਦੇ ਆ। ਹੁਣ ਆਪਾਂ ਅੱਗੇ ਡਿਸਕਸ ਕਰਨਾ ਇਹ ਸਾਰੀ ਕਹਿੰਦਾ ਚੀਜ਼ ਨੂੰ ਆਪਾਂ ਪਾਵਰ ਟ੍ਰਾਇੰਗਲ ਦੇ ਨਾਲ ਹੋਰ ਜ਼ਿਆਦਾ ਵੈਰੀਫਾਈ ਕਰਕੇ ਪੜ੍ਹ ਸਕਦੇ ਹਾਂ ਜਾਂ ਦੇਖ ਸਕਦੇ ਹੈਗੇ ਆ। ਹੁਣ ਇਸ ਚੀਜ਼ ਨੂੰ ਹੋਰ ਜ਼ਿਆਦਾ ਕਲੀਅਰ ਸਮਝਣ ਲਈ ਇੱਕ ਜਸਟ ਛੋਟੀ ਜਿਹੀ ਐਗਜ਼ਾਮਪਲ ਹੈ ਤੁਹਾਨੂੰ, ਜਸਟ ਆਪਾਂ ਤੁਹਾਡੀ ਨੌਲੇਜ ਵਾਸਤੇ। ਜਿੱਦਾਂ ਕਿ ਸਪੋਜ਼ ਕਰੋ ਆਪਾਂ ਇੱਕ ਕੱਪ ਕੌਫੀ ਮੰਗਵਾਈ, ਉਹ ਕਾਫੀ ਇੱਕ ਕੱਪ ਕੌਫੀ ਦਾ ਔਡਰ ਦਿੱਤਾ, ਉਹ ਸਾਨੂੰ ਕੌਫੀ ਦੇ ਗਿਆ, ਠੀਕ ਹੈ। ਹੁਣ ਸਾਡੇ ਲਈ ਇੱਕ ਕੱਪ ਕੌਫੀ ਕੀ ਸੀ, VI, ਕਿਉਂਕਿ ਆਪਾਂ ਮੰਗੀ ਇੱਕ ਕੱਪ ਕੌਫੀ ਹੈ, ਉਹਨੇ ਸਾਨੂੰ VI ਆਪਾਂ ਔਡਰ ਕੀਤਾ, ਉਹ ਸਾਨੂੰ ਦੇ ਗਿਆ। ਹੁਣ ਜਦੋਂ ਆਪਾਂ ਪੀਣੀ ਸ਼ੁਰੂ ਕੀਤੀ ਤਾਂ ਆਪਾਂ ਕੀ ਦੇਖਿਆ, ਯਾਰ ਇਹ ਆਪਾਂ ਕਹਿੰਦੇ ਯਾਰ ਇਹ ਤਾਂ ਝੱਗ ਹੀ ਦੇ ਗਿਆ, ਯਾਰ ਵਿੱਚ ਕੌਫੀ ਤਾਂ ਹੈ ਹੀ ਨਹੀਂ ਹੈ। ਚਲੋ ਕੋਈ ਗੱਲ ਨਹੀਂ, ਆਪਾਂ ਕਹਿੰਦੇ ਪੀਂਦੇ ਹਾਂ, ਉਹ ਆਪਾਂ ਫੂਕ ਮਾਰ ਕੇ ਝੱਗ ਪਰੇ ਕਰ ਦਿੰਦੇ ਹਾਂ, ਜਾਂ ਪੀ ਵੀ ਲੈਂਦੇ ਹਾਂ, ਉਹਦਾ ਕੋਈ ਟੇਸਟ ਨਹੀਂ, ਕੋਈ ਕੁਛ ਨਹੀਂ, ਸਿਰਫ ਝੱਗ ਜੀ ਸਾਡੇ ਮੂੰਹ 'ਚ ਆਉਂਦੀ ਹੈ ਨਾ। ਐਂਡ ਦੈਟ ਇਜ਼ ਦਾ ਰਿਐਕਟਿਵ ਪਾਵਰ। ਮਤਲਬ ਝੱਗ ਬਣੀ ਹੋਈ ਆ, ਲੇਕਿਨ ਉਹ ਕੰਮ ਵੀ ਨਹੀਂ ਆ ਰਹੀ, ਲੇਕਿਨ ਕੱਪ ਦੇ ਵਿੱਚ ਵਾਪਸ ਲੱਗੀ ਰਹਿਣੀ, ਕੁਛ ਅੰਦਰ ਲੰਘੂਗੀ, ਬਟ ਜ਼ਿਆਦਾਤਰ ਉਹ ਵਾਪਸ ਕੱਪ ਨਾਲ ਲੱਗੀ, ਆਲੇ ਦੁਆਲੇ ਲੱਗੀ ਰਹਿੰਦੀ, ਤਾਂ ਆਪਾਂ ਨੂੰ ਵਾਪਸ ਭੇਜਦੇ ਹਾਂ। ਲੇਕਿਨ ਸਾਡੇ ਕੰਮ ਕਿਹੜੀ ਚੀਜ਼ ਆਈ, ਥੱਲੜੀ ਕੌਫੀ, ਜਿਹੜੀ ਕੌਫੀ ਸੀ। ਸੋ ਦੈਟ ਕੌਫੀ ਇਜ਼ ਕਾਲਡ ਐਕਟਿਵ ਪਾਵਰ, ਝੱਗ ਇਜ਼ ਕਾਲਡ ਰਿਐਕਟਿਵ ਪਾਵਰ। ਬਟ ਟੋਟਲ ਔਡਰ ਜਿਹੜਾ ਤੁਸੀਂ ਦਿੱਤਾ ਸੀ ਉਸ ਮਤਲਬ ਵੇਟਰ ਨੂੰ, ਜਾਂ ਉਸ ਮਾਲਕ ਜਿਹੜਾ ਹੋਟਲ ਦਾ ਮੈਨ ਸੀਗਾ ਮਾਲਕ, ਉਹਨੂੰ ਜਿਹੜਾ ਔਡਰ ਦਿੱਤਾ ਸੀ ਇੱਕ ਕੱਪ ਕੌਫੀ ਦਾ ਜਿਹੜਾ ਦਿੱਤਾ ਸੀ, ਦੈਟ ਇਜ਼ ਦਾ ਐਪਰੈਂਟ ਪਾਵਰ। ਇੱਕ ਕੱਪ ਕੌਫੀ ਐਪਰੈਂਟ ਪਾਵਰ ਆ, VI ਔਡਰ ਸੀ ਸਾਡਾ, ਠੀਕ ਆ। ਉਹ ਲੇਕਿਨ ਔਡਰ ਉੱਥੋਂ ਸੋਰਸ ਤੋਂ ਲੈ ਕੇ ਸਾਡੇ ਤੱਕ ਘੁੰਮਦਿਆਂ ਉਹ ਕੀ ਰਹਿ ਗਿਆ, ਐਕਟਿਵ ਪਾਵਰ ਹੈਗੀ ਕਿੰਨੀ, ਜਿਹੜੀ ਐਕਟਿਵ ਕੌਫੀ ਆਪਾਂ ਪੀਤੀ, ਤੇ ਰਿਐਕਟਿਵ ਪਾਵਰ ਕਿਹੜੀ ਰਹਿ ਗਈ, ਜਿਹੜੀ ਉੱਪਰਲੀ ਝੱਗ। ਸੋ ਇਸ ਤਰ੍ਹਾਂ ਇਹ ਜਿਹੜੇ ਆ ਕੰਸੈਪਟ ਜਿਹੜਾ ਇਹ ਮਤਲਬ ਪਾਵਰ ਫੈਕਟਰ ਦਾ ਇਹ ਜਿਹੜਾ ਕਲੀਅਰ ਹੁੰਦਾ। ਹੁਣ ਆਪਾਂ ਅੱਗੇ ਟ੍ਰਾਇੰਗਲ ਦੇਖਦੇ ਹਾਂ, ਉਹਦੇ 'ਚ ਤੁਹਾਨੂੰ ਇਹ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਹੁਣ ਦੇਖੋ ਇੱਕ ਡਾਇਗਰਾਮ ਤੁਸੀਂ ਦੇਖ ਰਹੇ ਹੋ, ਇਹ ਟ੍ਰਾਇੰਗਲ ਬਣੀ ਹੋਈ ਹੈ, ਦੈਟ ਇਜ਼ ਕਾਲਡ ਪਾਵਰ ਟ੍ਰਾਇੰਗਲ। ਦੇਖੋ ਥੱਲੇ ਲਿਖਿਆ ਹੈ ਪਾਵਰ ਫੈਕਟਰ ਟ੍ਰਾਇੰਗਲ। ਇਹਦੇ ਵਿੱਚ ਟ੍ਰਾਇੰਗਲ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ, ਸਭ ਤੋਂ ਉੱਪਰ ਐਪਰੈਂਟ ਪਾਵਰ ਹੈਗੀ ਆ, ਐਪਰੈਂਟ ਪਾਵਰ KVA, ਜੋ ਟੋਟਲ ਆਪਾਂ ਔਡਰ ਦਿੱਤਾ, ਐਪਰੈਂਟ ਪਾਵਰ ਟੋਟਲ ਔਡਰ ਦਿੱਤਾ। ਬਟ ਇਹਦੇ ਵਿੱਚ ਥੱਲੀ ਜਿਹੜੀ ਦੇਖੋ ਦੇਖੋ ਐਪਰੈਂਟ ਪਾਵਰ ਸਭ ਤੋਂ ਜ਼ਿਆਦਾ ਸੀ, ਕਿਉਂਕਿ ਡਾਇਗਨਲ ਆ ਨਾ, ਉਹ ਸਭ ਤੋਂ ਜਿਹੜਾ ਉਹ ਜ਼ਿਆਦਾ ਹੁੰਦਾ। ਹੁਣ ਥੱਲੇ ਪਾਸੇ ਦੇਖੋ ਇਹ ਉਸ ਤੋਂ ਘੱਟ ਹੈ, ਐਕਟਿਵ ਪਾਵਰ, ਰੀਅਲ ਪਾਵਰ ਜਿਹਨੂੰ ਆਪਾਂ ਕਹਿੰਦੇ ਰੀਅਲ ਪਾਵਰ, ਠੀਕ ਹੈ, ਦੈਟ ਇਜ਼ KW, ਇਹ ਰੀਅਲ ਪਾਵਰ ਹੈ ਸਾਡੀ। ਹੁਣ ਜਿਹੜੀ ਰਿਐਕਟਿਵ ਪਾਵਰ ਕੀ ਬਣ ਗਈ, KVAR, ਇਹ ਸਾਰਿਆਂ ਨਾਲੋਂ ਘੱਟ ਹੈ, ਇਹ ਜਿਹੜੀ ਹੈ ਸਾਰਿਆਂ ਨਾਲੋਂ ਘੱਟ। ਇਹ ਮਤਲਬ ਜਿਹੜਾ ਕੌਜ਼ ਹੈਗਾ ਸਾਡੇ ਕੰਮ ਕਰਨ ਲਈ, ਜੋ ਇਹਨੇ ਹੈਲਪ ਕੀਤੀ ਹੈਗੀ ਹੈ, ਇਹ ਉਹ ਪਾਵਰ ਹੈ। ਜਿਹੜਾ ਅਸੀਂ ਕੰਮ ਲਿਆ ਉਹ KW ਹੈ, ਅਤੇ ਜਿਹੜਾ ਐਕਚੁਅਲ ਸੀਗਾ ਦੈਟ ਇਜ਼ ਦਾ KVA, ਵੋਲਟੇਜ ਐਂਪੀਅਰ। ਥੱਲੇ ਆ ਗਿਆ ਵੋਲਟੇਜ ਐਂਪੀਅਰ cos φ, ਅਤੇ ਉੱਪਰ ਆ ਗਿਆ ਵੋਲਟੇਜ ਐਂਪੀਅਰ sin φ। ਐਂਡ ਦਿਸ ਇਜ਼ ਕਾਲਡ ਪਾਵਰ ਫੈਕਟਰ ਟ੍ਰਾਇੰਗਲ। ਕਹਿੰਦਾ ਮੈਥੇਮੈਟਿਕਲੀ S² = P² + Q², ਐਂਡ ਇਲੈਕਟ੍ਰੀਕਲ ਪਾਵਰ ਫੈਕਟਰ ਇਜ਼ ਐਕਟਿਵ। ਹੁਣ ਇਲੈਕਟ੍ਰਿਕ ਪਾਵਰ ਫੈਕਟਰ ਨੂੰ ਅਗਰ ਆਪਾਂ ਦੇਖਣਾ ਜਾਵੇ, ਹੁਣ ਇਲੈਕਟ੍ਰੀਕਲ ਪਾਵਰ ਫੈਕਟਰ ਕੀ ਆ, cos φ। ਹੁਣ ਇਸ ਟ੍ਰਾਇੰਗਲ ਦੇ ਵਿੱਚ ਅਗਰ cos φ ਦੇਖਣੀ ਹੋਵੇ ਤਾਂ ਐਕਟਿਵ ਪਾਵਰ ਬਟਾ ਐਪਰੈਂਟ ਪਾਵਰ, ਐਕਟਿਵ ਪਾਵਰ ਬਟਾ ਐਪਰੈਂਟ ਪਾਵਰ। ਹੁਣ ਐਕਟਿਵ ਪਾਵਰ ਬਟਾ ਐਪਰੈਂਟ ਪਾਵਰ ਜਿਹੜੀ ਆ, ਦੈਟ ਇਜ਼ ਦਾ ਪਾਵਰ ਫੈਕਟਰ ਆਫ ਦਾ ਸਿਸਟਮ। ਜੇ ਆਪਾਂ ਕਿਤੇ ਵੀ ਆਪਾਂ ਕੋਈ ਪਾਵਰ ਫੈਕਟਰ ਡਿਸਾਈਡ ਕਰਨਾ ਹੋਵੇ ਕਿੰਨਾ, ਅਤੇ ਅਗਰ ਸਾਨੂੰ ਦੋ ਪਾਵਰਸ ਉਹਨਾਂ ਦਿੱਤੀਆਂ, ਇੱਕ ਐਕਟਿਵ ਦਿੱਤੀ ਹੈ ਅਤੇ ਇੱਕ ਐਪਰੈਂਟ ਦਿੱਤੀ ਆਪਾਂ ਨਾ, ਅਤੇ ਐਕਟਿਵ ਨੂੰ ਜਦੋਂ ਐਪਰੈਂਟ ਨਾਲ ਡਿਵਾਈਡ ਕਰ ਦਿਆਂਗੇ ਤਾਂ ਉਹ ਜਿਹੜਾ cos φ ਆਏਗਾ, ਉਹ ਦੈਟ ਇਜ਼ ਦਾ ਪਾਵਰ ਫੈਕਟਰ ਆਫ ਦੈਟ ਪਰਟੀਕੂਲਰ ਸਿਸਟਮ। ਇਸ ਤਰ੍ਹਾਂ ਇਹ ਜਿਹੜਾ ਪਾਵਰ ਫੈਕਟਰ ਜਿਹੜਾ ਆਪਾਂ ਪੂਰੇ ਸਿਸਟਮ ਵਿੱਚ ਕੰਸੀਡਰ ਕਰਦੇ ਹੈਗੇ ਆ, ਅਕੋਰਡਿੰਗ ਟੂ ਸਿਸਟਮ, ਅਕੋਰਡਿੰਗ ਟੂ ਲੋਡ, ਅਕੋਰਡਿੰਗ ਟੂ ਜਿਹੜੀ ਲੋਡ ਦੀ ਵੇਰੀਏਸ਼ਨ ਦੇ ਨਾਲ ਇਹ ਪਾਵਰ ਫੈਕਟਰ ਜਿਹੜਾ ਘਟਦਾ ਵੱਧਦਾ ਰਹਿੰਦਾ ਹੈ। ਪਰ ਇਹ ਕਦੀ ਵੀ ਇੱਕ ਤੋਂ ਜ਼ਿਆਦਾ ਨਹੀਂ ਹੁੰਦਾ, ਨੀਅਰ ਟੂ 1 ਹੋ ਸਕਦਾ, 1 ਹੋ ਸਕਦਾ, ਬਟ ਇੱਕ ਤੋਂ ਜ਼ਿਆਦਾ ਨਹੀਂ ਹੋਏਗਾ। ਇੱਕ ਤੋਂ ਹਮੇਸ਼ਾ ਪਾਵਰ ਫੈਕਟਰ ਜਿਹੜਾ ਉਹ
ਹਮੇਸ਼ਾ ਘੱਟ ਹੁੰਦਾ, 1 ਤੋਂ ਪਾਵਰ ਫੈਕਟਰ ਘੱਟ ਹੁੰਦਾ। ਹੁਣ ਅਗਰ ਆਪਾਂ ਵੈਸੇ ਜਨਰਲ ਗੱਲ ਕਰਦੇ ਹਾਂ, ਤੁਸੀਂ ਤੀਜੇ ਸਮੈਸਟਰ 'ਚ ਪੜ੍ਹਿਆ ਹੋਏਗਾ ਜਾਂ ਫਿਜ਼ਿਕਸ 'ਚ ਪੜ੍ਹਿਆ ਹੋਏਗਾ, ਦੇਖੋ ਜਿਹੜਾ ਪਿਓਰ ਇੰਡਕਟਿਵ ਲੋਡ ਹੁੰਦਾ ਆ, ਉਹ ਹਮੇਸ਼ਾ ਉਹਦਾ ਜਿਹੜਾ ਕਰੰਟ ਹੈ ਵੋਲਟੇਜ ਨਾਲੋਂ 90 ਡਿਗਰੀ ਲੈਗ ਕਰਦਾ ਹਮੇਸ਼ਾ, ਪਿਓਰ ਇੰਡਕਟਿਵ ਲੋਡ। ਜਿਹੜਾ ਪਿਓਰ ਰੈਜ਼ਿਸਟਿਵ ਲੋਡ ਹੁੰਦਾ ਆ, ਉਹ ਹਮੇਸ਼ਾ ਵੋਲਟੇਜ ਦੇ ਇਨ ਪੈਰਲਲ ਚੱਲਦਾ ਹੈਗਾ, ਇਨ ਫੇਜ਼ ਹੁੰਦਾ ਹੈਗਾ, ਵੋਲਟੇਜ ਦੇ ਕਰੰਟ ਜਿਹੜਾ ਉਹਦੇ ਵਿੱਚੋਂ ਫਲੋ ਕਰਦਾ, ਪਿਓਰ ਅਗਰ ਰੈਜ਼ਿਸਟਿਵ ਲੋਡ ਹੋਵੇ। ਔਰ ਅਗਰ ਪਿਓਰ ਕਪੈਸਿਟਿਵ ਲੋਡ ਹੋਵੇ, ਪਿਓਰ ਕਪੈਸਿਟਿਵ, ਉਹ 'ਚ ਨਾ ਇੰਡਕਟੈਂਸ ਕੰਸੀਡਰ ਕਰੀਏ ਨਾ ਰੈਜ਼ਿਸਟੈਂਸ ਕੰਸੀਡਰ ਕਰੀਏ, ਪਿਓਰ ਕਪੈਸਿਟਿਵ ਲੋਡ ਹੋਵੇ ਤਾਂ ਉਹ ਜਿੰਨਾ ਵੀ ਕਰੰਟ ਡਰॉ ਕਰੇਗਾ ਸਿਸਟਮ ਦੇ ਵਿੱਚ, ਤਾਂ ਉਹਦਾ ਜਿਹੜਾ ਡਰॉ ਕਰਨ ਤੋਂ ਬਾਅਦ ਉਹ ਜਿਹੜਾ ਆਏਗਾ, ਮਤਲਬ ਉਹਦੀ ਆਪਾਂ ਡਾਇਗਰਾਮ ਬਣਾਵਾਂਗੇ ਤਾਂ ਉਹ ਤੁਸੀਂ ਦੇਖੋਗੇ 90 ਡਿਗਰੀ ਜਿਹੜਾ ਉਹ ਲੀਡ ਕਰਦਾ ਵੋਲਟੇਜ ਨੂੰ। ਮਤਲਬ ਕਪੈਸਿਟਰ ਵਾਲੇ ਕੇਸ ਦੇ ਵਿੱਚ ਕਰੰਟ ਜਿਹੜਾ ਵੋਲਟੇਜ ਦੇ ਅੱਗੇ ਚੱਲਦਾ 90 ਡਿਗਰੀ, ਪਿਓਰ ਇੰਡਕਟਿਵ ਵਾਲੇ ਕੇਸ ਦੇ ਵਿੱਚ 90 ਡਿਗਰੀ ਪਿੱਛੇ ਰਹਿੰਦਾ, ਬਟ ਰੈਜ਼ਿਸਟੈਂਸ ਵਾਲੇ ਕੇਸ ਦੇ ਵਿੱਚ ਉਹ ਬਿਲਕੁਲ ਕਰੰਟ ਇਨ ਫੇਜ਼ ਰਹਿੰਦਾ ਹੈਗਾ। ਲੇਕਿਨ ਐਕਚੁਅਲ 'ਚ ਇਸ ਤਰ੍ਹਾਂ ਹੈਪਨ ਨਹੀਂ ਹੁੰਦਾ ਪੂਰੇ ਸਿਸਟਮ ਨੂੰ। ਅਗਰ ਆਪਾਂ ਪੂਰੇ ਸਿਸਟਮ ਦੀ ਗੱਲ ਕਰੀਏ, ਦੇਖੋ ਟਰਾਂਸਫਾਰਮਰਸ ਲੱਗੇ ਆ, ਆਲਟਰਨੇਟਰਸ ਲੱਗੇ ਆ, ਘਰਾਂ 'ਚ AC ਲੱਗੇ ਆ, ਪੱਖੇ ਲੱਗੇ, ਕੂਲਰ ਲੱਗੇ, ਹੀਟਰ ਲੱਗੇ, ਮਤਲਬ ਰੈਜ਼ਿਸਟਿਵ ਲੋਡ ਵੀ ਹੈ, ਇੰਡਕਟਿਵ ਵੀ ਹੈ ਅਤੇ ਕਪੈਸਿਟਿਵ ਵੀ ਹੈ। ਇਸ ਕਰਕੇ ਜਦੋਂ ਆਪਾਂ ਪੂਰੇ ਘਰ ਦੀ ਗੱਲ ਕਰੀਏ ਜਾਂ ਪੂਰੇ ਸਿਸਟਮ ਦੀ ਗੱਲ ਕਰੀਏ ਤਾਂ ਇਹ ਜਿਹੜੀ ਆ ਲੀਡਿੰਗ, ਲੈਗਿੰਗ ਜਾਂ ਇਨ ਫੇਜ਼, ਇਹਨਾਂ ਦਾ ਟੋਟਲ ਰਿਜ਼ਲਟੈਂਟ ਜਿਹੜਾ ਨਿਕਲਦਾ ਤੁਸੀਂ ਦੇਖੋਗੇ ਉਹ ਕੁਛ ਫੇਜ਼ ਡਿਫਰੈਂਸ ਜਿਹੜਾ ਵੋਲਟੇਜ ਅਤੇ ਕਰੰਟ ਦੇ ਵਿੱਚ ਰਹਿ ਜਾਂਦਾ, ਨਾ 90 ਡਿਗਰੀ ਹੁੰਦਾ ਐਗਜ਼ੈਕਟ ਅਤੇ ਨਾ ਉਹ ਬਿਲਕੁਲ 0 ਹੁੰਦਾ ਹੈਗਾ, ਕੁਛ ਡਿਫਰੈਂਸ ਰਹਿੰਦਾ, ਐਂਡ ਦੈਟ ਇਜ਼ ਕਾਲਡ ਪਾਵਰ ਫੈਕਟਰ। ਉਹਨੂੰ ਆਪਾਂ ਪਾਵਰ ਫੈਕਟਰ ਕਹਿੰਦੇ ਹਾਂ, ਉਹਦਾ ਉਸ ਐਂਗਲ ਦਾ ਜਿੰਨਾ ਐਂਗਲ ਉਹ ਪਿੱਛੇ ਆ ਉਹਦਾ cos φ ਅਗਰ ਲੈ ਲਈਏ, ਦੈਟ ਇਜ਼ ਦਾ ਪਾਵਰ ਫੈਕਟਰ ਆਫ। ਹੁਣ ਦੇਖੋ ਕਹਿੰਦਾ ਕਿ undesirable fact of operating a load at a low power factor is due to the large current required for a low power factor। ਕਹਿੰਦਾ ਕੋਈ ਵੀ ਲੋਡ ਨੂੰ ਆਪਾਂ low power factor ਤੇ ਜਦੋਂ ਚਲਾਉਂਦੇ ਆ ਤਾਂ ਸਭ ਤੋਂ undesirable ਜਿਹੜਾ ਇਫੈਕਟ ਹੁੰਦਾ ਉਹ ਹੈਗਾ ਆ ਕਿ ਉਹ ਜ਼ਿਆਦਾ ਕਰੰਟ ਲੈਣ ਲੱਗ ਪੈਂਦਾ ਆ ਨੋਰਮਲ ਵੈਲਿਊ ਨਾਲ। ਤਾਂ ਕਹਿੰਦਾ ਇਸ ਕਰਕੇ ਇੰਪੋਰਟੈਂਟ ਡਿਸਐਡਵਾਂਟੇਜ ਆਫ low power factor ਕਿਹੜੀਆਂ ਨੰਬਰ 1, ਹਾਇਰ ਕਰੰਟ ਇਜ਼ ਰਿਕੁਆਇਰਡ ਬਾਈ ਦਾ ਇਕਵਿਪਮੈਂਟ। ਮਤਲਬ ਜਿੱਦਾਂ ਕੋਈ ਵੀ ਇਕਵਿਪਮੈਂਟ ਆ, ਜਦੋਂ ਆਪਾਂ ਲੋ ਪਾਵਰ ਫੈਕਟਰ ਦਾ ਨੋਰਮਲ ਪਾਵਰ ਫੈਕਟਰ ਨਾਲ ਉਹਨੂੰ ਲੋਅ 'ਤੇ ਚਲਾਉਂਦੇ ਹਾਂ ਤਾਂ ਜ਼ਿਆਦਾ ਕਰਨ ਲੈਂਦਾ, ਡਿਊ ਟੂ ਵਿਚ ਦਾ ਇਕਨੋਮਿਕ ਕਾਸਟ ਆਫ ਇਕਵਿਪਮੈਂਟ ਇਜ਼ ਇਨਕਰੀਜ਼ਡ, ਅਤੇ ਉਹਦੀ ਇਕਨੋਮਿਕ ਕਾਸਟ ਜਿਹੜੀ ਆ ਉਹ ਵੱਧ ਜਾਂਦੀ ਹੈਗੀ ਆ। ਕਹਿੰਦਾ ਐਟ ਲੋ ਪਾਵਰ ਫੈਕਟਰ ਕਰੰਟ ਇਜ਼ ਹਾਈ ਵਿਚ ਗਿਵਜ਼ ਰਾਈਜ਼ ਟੂ ਹਾਈ ਕਾਪਰ ਲੋਸਿਜ਼ ਇਨ ਦਾ ਸਿਸਟਮ। ਹੁਣ ਕਰੰਟ ਵਧੂਗਾ ਤਾਂ ਨੈਚੁਰਲ ਕਾਪਰ ਲੋਸਿਜ਼ I²R ਕਾਪਰ ਲੋਸਿਜ਼ ਵੀ ਵਧਣਗੇ, ਤਾਂ ਉਹਦੇ ਕਰਕੇ ਜਿਹੜਾ ਕਹਿੰਦਾ ਦੇਅਰਫੋਰ ਦਾ ਐਫੀਸ਼ੀਐਂਸੀ ਆਫ ਦਾ ਸਿਸਟਮ ਇਜ਼ ਰਿਡਿਊਸਡ। ਐਫੀਸ਼ੀਐਂਸੀ 'ਤੇ ਅਸਰ ਪੈਂਦਾ, ਲੋ ਪਾਵਰ ਫੈਕਟਰ ਐਫੀਸ਼ੀਐਂਸੀ ਘੱਟ ਜਾਂਦੀ, ਕਿਉਂਕਿ ਕਰੰਟ ਵੱਧ ਜਾਂਦਾ, ਐਫੀਸ਼ੀਐਂਸੀ ਵੀ ਘੱਟ ਜਾਏਗੀ। ਕਹਿੰਦਾ ਹਾਇਰ ਕਰੰਟ ਪ੍ਰੋਡਿਊਸਡ ਏ ਲਾਰਜ ਵੋਲਟੇਜ ਡਰੋਪ। ਹੁਣ I²R ਜਿੱਦਾਂ ਤਾਂ ਵੋਲਟੇਜ ਡਰੋਪਸ ਜਿਹੜੇ ਜ਼ਿਆਦਾ ਹੋ ਜਾਂਦੇ ਆ ਜਦੋਂ ਕਰੰਟ ਵੱਧ ਜਾਂਦਾ। ਕਰੰਟ ਕਦੋਂ ਵਧਿਆ? ਲੋ ਪਾਵਰ ਫੈਕਟਰ 'ਤੇ। ਅਤੇ ਇਸ ਕਰਕੇ ਦਿਸ ਰਿਜ਼ਲਟਸ ਇਨ ਪੂਅਰ ਵੋਲਟੇਜ, ਅਤੇ ਸਾਡੀ ਵੋਲਟੇਜ ਰੈਗੂਲੇਸ਼ਨ ਜਿਹੜੀ ਆ ਉਹ ਘੱਟ ਜਾਂਦੀ। ਵੋਲਟੇਜ ਰੈਗੂਲੇਸ਼ਨ ਵੋਲਟੇਜ ਡਰੋਪਸ 'ਤੇ ਡਿਪੈਂਡ ਕਰਦੀ ਆ, ਅਤੇ ਵੋਲਟੇਜ ਡਰੋਪਸ ਜਿਹੜੇ ਆ ਉਹ ਕਰੰਟ 'ਤੇ ਡਿਪੈਂਡ ਕਰਦੇ ਆ, ਅਤੇ ਕਰੰਟ ਇਨ ਦਿਸ ਕੇਸ ਕਰੰਟ ਡਿਪੈਂਡ ਕਰਦਾ ਹੈਗਾ ਪਾਵਰ ਫੈਕਟਰ 'ਤੇ। ਜਿੰਨਾ ਪਾਵਰ ਫੈਕਟਰ ਘੱਟ ਹੋਏਗਾ ਉਨਾ ਹੀ ਕਰੰਟ ਜਿਹੜਾ ਜ਼ਿਆਦਾ ਹੋਏਗਾ, ਅਤੇ ਉਨੀ ਜਿਹੜੀ ਰੈਗੂਲੇਸ਼ਨ ਜਿਹੜੀ ਸਾਡੀ ਪੂਅਰ ਹੋ ਜੂਗੀ, ਅਤੇ ਐਫੀਸ਼ੀਐਂਸੀ ਘੱਟ ਜਾਊਗੀ, ਅਤੇ ਇਕਵਿਪਮੈਂਟ ਦੀ ਕਾਸਟ ਜਿਹੜੀ ਉਹ ਵੱਧ ਜਾਊਗੀ। ਕਹਿੰਦਾ ਸਿੰਸ ਬੋਥ ਦਾ ਕੈਪੀਟਲ ਐਂਡ ਰਨਿੰਗ ਕਾਸਟ ਆਰ ਇਨਕਰੀਜ਼ਡ। ਹੁਣ ਕਿਉਂਕਿ ਕੈਪੀਟਲ ਕੀ ਮਤਲਬ ਕੋਈ ਇੱਕ ਜਨਰੇਟਰ ਜਿਹੜਾ ਆਪਾਂ ਪਾਵਰ ਹਾਊਸ 'ਤੇ ਲਗਾਇਆ ਹੈਗਾ ਆ, ਉਹਦੀ ਜੋ ਪਾਵਰ ਫੈਕਟਰ ਪ੍ਰੋਪਰ ਸੀਗਾ ਆਪਾਂ ਉਹਦੇ ਹਿਸਾਬ ਨਾਲ ਉਹਦੀ ਡਿਜ਼ਾਈਨਿੰਗ ਸਾਰੀ ਕੀਤੀ ਆ, ਬਟ ਪਾਵਰ ਫੈਕਟਰ ਘੱਟ ਰਿਹਾ ਸਾਡਾ, ਮੂਹਰੇ ਲੋਡ ਜ਼ਿਆਦਾ ਕਪੈਸਿਟੀ ਪੈ ਰਿਹਾ, ਪਾਵਰ ਫੈਕਟਰ ਘੱਟ ਗਿਆ, ਤਾਂ ਉਹੀ ਜਿਹੜਾ ਜਨਰੇਟਰ ਆ ਐਕਚੁਅਲ 'ਚ ਕੀ ਆ ਕਿ ਸਾਨੂੰ ਫਿਰ ਉੱਥੇ ਵੱਡਾ ਲਗਾਉਣਾ ਪਿਆ, ਕਿਉਂਕਿ ਉਹਦੇ ਕਰੰਟ ਵੱਧ ਜਾਣਾ, ਜਨਰੇਟਰ ਦਾ ਕਰੰਟ, ਜਿਹੜੇ ਜਨਰੇਟਰ ਦੇ ਲੋਡ ਵੱਧ ਜਾਣਾ, ਕਿਉਂਕਿ ਪਿੱਛੋਂ ਕਰੰਟ ਦੀ ਡਿਮਾਂਡ ਵੱਧ ਗਈ, ਪਾਵਰ ਫੈਕਟਰ ਕਰਕੇ ਕਰੰਟ ਦੀ ਡਿਮਾਂਡ ਵੱਧ ਗਈ, ਕਰੰਟ ਵੱਧ ਗਿਆ, ਅਤੇ ਕਰੰਟ ਵੱਧ ਗਿਆ ਤਾਂ ਨੈਚੁਰਲ ਆ ਕਿ ਜਿਹੜਾ ਜਨਰੇਟਰ ਆ ਉਹਦਾ ਸਾਈਜ਼ ਵੀ ਸਾਨੂੰ ਵੱਡਾ ਕਰਨਾ ਪਏਗਾ। ਇਸ ਕਰਕੇ ਕੈਪੀਟਲ ਅਤੇ ਰਨਿੰਗ ਕਾਸਟ ਦੋਨੇ ਜਿਹੜੀਆਂ ਉਹ ਡਿਪੈਂਡ ਕਰਦੀਆਂ, ਕਿਉਂਕਿ ਲੋਸਿਸ ਹੁੰਦੇ ਆ, ਐਨਰਜੀ ਡੈਸੀਪੇਟ ਹੁੰਦੀ ਆ, ਖਤਮ ਹੁੰਦੀ ਆ, ਉਹ ਲੋਸਿਸ ਚੱਲਦੇ ਆ, ਉਹ ਕਾਸਟ ਜਿਹੜੀ ਆ ਰਨਿੰਗ ਕਾਸਟ 'ਤੇ ਡਿਪੈਂਡ ਕਰਦੀ ਆ, ਅਤੇ ਕੈਪੀਟਲ ਕਾਸਟ ਜਿਹੜੀ ਆ ਦੋਨੋਂ ਜਿਹੜੀਆਂ ਉਹ ਪਾਵਰ ਫੈਕਟਰ 'ਤੇ ਡਿਪੈਂਡ ਕਰਦੀਆਂ। ਦ ਆਪਰੇਸ਼ਨ ਆਫ ਦਾ ਸਿਸਟਮ ਐਟ ਲੋ ਪਾਵਰ ਫੈਕਟਰ ਇਜ਼ ਅਨਇਕਨੋਮਿਕਲ ਫਰੋਮ ਦਾ ਸਪਲਾਇਰ ਪੁਆਇੰਟ ਆਫ ਵਿਊ। ਹੁਣ ਅਗਰ ਜਿਹੜਾ ਸਪਲਾਇਰ ਆ, ਕਿਉਂਕਿ ਉਹਨੂੰ ਲੋ ਪਾਵਰ ਫੈਕਟਰ 'ਤੇ ਦੇਖੋ ਉਹਨੇ ਤਾਂ ਡਿਜ਼ਾਈਨਿੰਗ ਕੀਤੀ ਸੀ ਜੋ ਇੱਕ ਰੈਗੂਲਰ ਪਾਵਰ ਫੈਕਟਰ 0.8 'ਤੇ ਮੰਨ ਲਓ ਨਾ, ਬਟ ਮੋਹਰੇ ਆਪਾਂ ਘਰ ਤੇ ਆਣੇ, ਸਪੋਜ਼ ਕਰੋ ਆਪਾਂ ਆਪਣੇ ਘਰਾਂ ਦੀ ਗੱਲ ਕਰੀਏ, ਪੱਖੇ ਆ, AC ਚੱਲਦੇ ਆ, ਕੂਲਰ ਚੱਲਦੇ ਆ, ਬਟ ਕੋਈ ਨਹੀਂ ਇਹ ਧਿਆਨ ਦਿੰਦਾ ਯਾਰ ਵੀ ਇਹ ਤਾਂ ਆਪਾਂ ਪਾਵਰ ਫੈਕਟਰ ਇਨਕਰੀਜ਼ ਕਰੀਏ ਥੋੜ੍ਹਾ ਜਿਹਾ ਤਾਂ ਕਿ ਲੋਡ ਘਟੇ, ਹੈ ਨਾ। ਉਸ ਕੇਸ ਦੇ ਅਗਰ ਆਪਾਂ ਪਾਵਰ ਫੈਕਟਰ ਇਨਕਰੀਜ਼ ਕਰਦੇ ਹਾਂ ਤਾਂ ਲੋਡ ਘਟਦਾ, ਤਾਂ ਨੈਚੁਰਲ ਆ ਸਪਲਾਇਰ ਨੂੰ ਵੀ ਥੋੜ੍ਹੀ ਸੌਖ ਹੋ ਜਾਂਦੀ ਆ, ਉਹਨੂੰ ਘੱਟ ਲੋਡ 'ਤੇ ਮਸ਼ੀਨਾਂ ਜਿਹੜੀਆਂ ਚਲਾਉਣੀਆਂ ਪੈਂਦੀਆਂ। ਇਸ ਤਰ੍ਹਾਂ ਇਹ ਜਿਹੜਾ ਸਿਸਟਮ ਆ ਡਿਪੈਂਡ ਕਰਦਾ ਹੈਗਾ ਸਾਡੀ ਜਿਹੜੀ ਐਡਵਾਂਟੇਜ ਦੇ ਉੱਤੇ, ਠੀਕ ਹੈ ਜੀ। ਡਿਸਐਡਵਾਂਟੇਜ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਸੀਗੀਆਂ। ਹੁਣ ਨੈਕਸਟ ਆਪਾਂ ਦੇਖਦੇ ਹਾਂ। ਹੁਣ ਦੇਖੋ ਕਹਿੰਦਾ ਕਿ ਅਨਡਿਜ਼ਾਇਰੇਬਲ ਫੈਕਟ ਆਫ ਆਪਰੇਟਿੰਗ ਏ ਲੋਡ ਐਟ ਏ ਲੋ ਪਾਵਰ ਫੈਕਟਰ ਇਜ਼ ਡਿਊ ਟੂ ਦਾ ਲਾਰਜ ਕਰੰਟ ਰਿਕੁਆਇਰਡ।
ਫੋਰ ਏ ਲੋ ਪਾਵਰ ਫੈਕਟਰ। ਕਹਿੰਦਾ ਕੋਈ ਵੀ ਲੋਡ ਨੂੰ ਆਪਾਂ ਲੋ ਪਾਵਰ ਫੈਕਟਰ ਤੇ ਜਦੋਂ ਚਲਾਉਂਦੇ ਆ ਤਾਂ ਸਭ ਤੋਂ ਅਨਡਿਜ਼ਾਇਰੇਬਲ ਜਿਹੜਾ ਇਫੈਕਟ ਹੁੰਦਾ ਉਹ ਹੈਗਾ ਆ ਕਿ ਉਹ ਜ਼ਿਆਦਾ ਕਰੰਟ ਲੈਣ ਲੱਗ ਪੈਂਦਾ ਆ ਨਾਰਮਲ ਵੈਲਿਊ ਨਾਲ। ਤਾਂ ਕਹਿੰਦਾ ਇਸ ਕਰਕੇ ਇੰਪੋਰਟੈਂਟ ਡਿਸਐਡਵਾਂਟੇਜ ਆਫ ਲੋ ਪਾਵਰ ਫੈਕਟਰ ਕਿਹੜੀਆਂ ਨੰਬਰ 1 ਹਾਇਰ ਕਰੰਟ ਇਜ਼ ਰਿਕੁਆਇਰਡ ਬਾਈ ਦਾ ਇਕੁਇਪਮੈਂਟ। ਮਤਲਬ ਜਿੱਦਾਂ ਕੋਈ ਵੀ ਇਕੁਇਪਮੈਂਟ ਆ ਜਦੋਂ ਆਪਾਂ ਲੋ ਪਾਵਰ ਫੈਕਟਰ ਦੇ ਨਾਰਮਲ ਪਾਵਰ ਫੈਕਟਰ ਨਾਲ ਉਹਨੂੰ ਲੋ 'ਤੇ ਚਲਾਉਂਦੇ ਹਾਂ ਤਾਂ ਜ਼ਿਆਦਾ ਕਰਨ ਲੈਂਦਾ ਡਿਊ ਟੂ ਵਿਚ ਦਾ ਇਕਨੋਮਿਕ ਕਾਸਟ ਆਫ ਇਕੁਇਪਮੈਂਟ ਇਜ਼ ਇਨਕਰੀਜ਼ਡ। ਅਤੇ ਉਹਦੀ ਇਕਨੋਮਿਕ ਕਾਸਟ ਜਿਹੜੀ ਆ ਉਹ ਵੱਧ ਜਾਂਦੀ ਹੈਗੀ ਆ। ਕਹਿੰਦਾ ਐਟ ਲੋ ਪਾਵਰ ਫੈਕਟਰ ਕਰੰਟ ਇਜ਼ ਹਾਈ which gives rise to high copper losses in the system। ਹੁਣ ਕਰੰਟ ਵਧੂਗਾ ਤਾਂ ਨੈਚੁਰਲ ਕਾਪਰ ਲੋਸਿਸ ਆਈ ਸਕੇਅਰ ਆਰ ਕਾਪਰ ਲੋਸਿਸ ਵੀ ਵਧਣਗੇ ਤਾਂ ਉਹਦੇ ਕਰਕੇ ਜਿਹੜਾ ਕਹਿੰਦਾ ਦੇਅਰਫੋਰ ਦਾ ਐਫੀਸ਼ੀਐਂਸੀ ਆਫ ਦਾ ਸਿਸਟਮ ਇਜ਼ ਰਿਡਿਊਸਡ। ਐਫੀਸ਼ੀਐਂਸੀ 'ਤੇ ਅਸਰ ਪੈਂਦਾ ਲੋ ਪਾਵਰ ਫੈਕਟਰ ਐਫੀਸ਼ੀਐਂਸੀ ਘੱਟ ਜਾਂਦੀ ਕਿਉਂਕਿ ਕਰੰਟ ਵੱਧ ਜਾਂਦਾ ਐਫੀਸ਼ੀਐਂਸੀ ਵੀ ਘੱਟ ਜਾਏਗੀ। ਕਹਿੰਦਾ ਹਾਇਰ ਕਰੰਟ ਪ੍ਰੋਡਿਊਸਡ ਏ ਲਾਰਜ ਵੋਲਟੇਜ ਡਰੋਪ। ਹੁਣ ਆਈ ਸਕੇਅਰ ਆ ਜਿੱਦਾਂ ਤਾਂ ਵੋਲਟੇਜ ਡਰੋਪਸ ਜਿਹੜੇ ਜ਼ਿਆਦਾ ਹੋ ਜਾਂਦੇ ਆ ਜਦੋਂ ਕਰੰਟ ਵੱਧ ਜਾਂਦਾ। ਕਰੰਟ ਕਦੋਂ ਵਧਿਆ ਲੋ ਪਾਵਰ ਫੈਕਟਰ 'ਤੇ ਤਾਂ ਇਸ ਕਰਕੇ ਦਿਸ ਰਿਜ਼ਲਟਸ ਇਨ ਪੂਅਰ ਵੋਲਟੇਜ। ਅਤੇ ਸਾਡੀ ਵੋਲਟੇਜ ਰੈਗੂਲੇਸ਼ਨ ਜਿਹੜੀ ਆ ਉਹ ਘੱਟ ਜਾਂਦੀ। ਵੋਲਟੇਜ ਰੈਗੂਲੇਸ਼ਨ ਵੋਲਟੇਜ ਡਰੋਪਸ 'ਤੇ ਡਿਪੈਂਡ ਕਰਦੀ ਆ ਅਤੇ ਵੋਲਟੇਜ ਡਰੋਪਸ ਜਿਹੜੇ ਆ ਉਹ ਕਰੰਟ 'ਤੇ ਡਿਪੈਂਡ ਕਰਦੇ ਆ। ਅਤੇ ਕਰੰਟ ਇਨ ਦਿਸ ਕੇਸ ਕਰੰਟ ਡਿਪੈਂਡ ਕਰਦਾ ਹੈਗਾ ਪਾਵਰ ਫੈਕਟਰ 'ਤੇ। ਜਿੰਨਾ ਪਾਵਰ ਫੈਕਟਰ ਘੱਟ ਹੋਏਗਾ ਉਨਾ ਹੀ ਕਰੰਟ ਜਿਹੜਾ ਜ਼ਿਆਦਾ ਹੋਏਗਾ ਅਤੇ ਉਨੀ ਜਿਹੜੀ ਰੈਗੂਲੇਸ਼ਨ ਜਿਹੜੀ ਸਾਡੀ ਪੂਅਰ ਹੋ ਜੂਗੀ ਅਤੇ ਐਫੀਸ਼ੀਐਂਸੀ ਘੱਟ ਜੂਗੀ ਅਤੇ ਇਕੁਇਪਮੈਂਟ ਦੀ ਕਾਸਟ ਜਿਹੜੀ ਉਹ ਵੱਧ ਜੂਗੀ। ਕਹਿੰਦਾ ਸਿੰਸ ਬੋਥ ਦਾ ਕੈਪੀਟਲ ਐਂਡ ਰਨਿੰਗ ਕਾਸਟ ਆਰ ਇਨਕਰੀਜ਼ਡ। ਹੁਣ ਕਿਉਂਕਿ ਕੈਪੀਟਲ ਕੀ ਮਤਲਬ ਕੋਈ ਇੱਕ ਜਨਰੇਟਰ ਜਿਹੜਾ ਆਪਾਂ ਪਾਵਰ ਹਾਊਸ 'ਤੇ ਲਗਾਇਆ ਹੈਗਾ ਆ ਉਹਦੀ ਜੋ ਪਾਵਰ ਫੈਕਟਰ ਪ੍ਰੋਪਰ ਸੀਗਾ ਆਪਾਂ ਉਹਦੇ ਹਿਸਾਬ ਨਾਲ ਉਹਦੀ ਡਿਜ਼ਾਈਨਿੰਗ ਸਾਰੀ ਕੀਤੀ ਆ ਬਟ ਪਾਵਰ ਫੈਕਟਰ ਘੱਟ ਰਿਹਾ ਸਾਡਾ ਮੂਹਰੇ ਲੋਡ ਜ਼ਿਆਦਾ ਕਪੈਸਿਟੀ ਪੈ ਰਿਹਾ ਪਾਵਰ ਫੈਕਟਰ ਘੱਟ ਗਿਆ ਤਾਂ ਉਹੀ ਜਿਹੜਾ ਜਨਰੇਟਰ ਆ ਐਕਚੁਅਲ 'ਚ ਕੀ ਆ ਕਿ ਸਾਨੂੰ ਫਿਰ ਉੱਥੇ ਵੱਡਾ ਲਗਾਉਣਾ ਪਿਆ ਕਿਉਂਕਿ ਉਹਦੇ ਕਰੰਟ ਵੱਧ ਜਾਣਾ। ਜਨਰੇਟਰ ਦਾ ਕਰੰਟ ਜਿਹੜੇ ਜਨਰੇਟਰ ਦੇ ਲੋਡ ਵੱਧ ਜਾਣਾ ਕਿਉਂਕਿ ਪਿੱਛੋਂ ਕਰੰਟ ਦੀ ਡਿਮਾਂਡ ਵੱਧ ਗਈ ਪਾਵਰ ਫੈਕਟਰ ਕਰਕੇ ਕਰੰਟ ਦੀ ਡਿਮਾਂਡ ਵੱਧ ਗਈ ਕਰੰਟ ਵੱਧ ਗਿਆ ਅਤੇ ਕਰੰਟ ਵੱਧ ਗਿਆ ਤਾਂ ਨੈਚੁਰਲ ਆ ਕਿ ਜਿਹੜਾ ਜਨਰੇਟਰ ਆ ਉਹਦਾ ਸਾਈਜ਼ ਵੀ ਸਾਨੂੰ ਵੱਡਾ ਕਰਨਾ ਪਏਗਾ। ਇਸ ਕਰਕੇ ਕੈਪੀਟਲ ਅਤੇ ਰਨਿੰਗ ਕਾਸਟ ਦੋਨੇ ਜਿਹੜੀਆਂ ਉਹ ਡਿਪੈਂਡ ਕਰਦੀਆਂ ਕਿਉਂਕਿ ਲੋਸਿਸ ਹੁੰਦੇ ਆ ਐਨਰਜੀ ਡੈਸੀਪੇਟ ਹੁੰਦੀ ਆ ਖਤਮ ਹੁੰਦੀ ਆ ਉਹ ਲੋਸਿਸ ਚੱਲਦੇ ਆ ਉਹ ਕਾਸਟ ਜਿਹੜੀ ਆ ਰਨਿੰਗ ਕਾਸਟ 'ਤੇ ਡਿਪੈਂਡ ਕਰਦੀ ਆ ਅਤੇ ਕੈਪੀਟਲ ਕਾਸਟ ਜਿਹੜੀ ਆ ਦੋਨੋਂ ਜਿਹੜੀਆਂ ਉਹ ਪਾਵਰ ਫੈਕਟਰ 'ਤੇ ਡਿਪੈਂਡ ਕਰਦੀਆਂ। ਦ ਆਪਰੇਸ਼ਨ ਆਫ ਦਾ ਸਿਸਟਮ ਐਟ ਲੋ ਪਾਵਰ ਫੈਕਟਰ ਇਜ਼ ਅਨਇਕਨੋਮਿਕਲ ਫਰੋਮ ਦਾ ਸਪਲਾਇਰ ਪੁਆਇੰਟ ਆਫ ਵਿਊ। ਹੁਣ ਅਗਰ ਜਿਹੜਾ ਸਪਲਾਇਰ ਆ ਕਿਉਂਕਿ ਉਹਨੂੰ ਲੋ ਪਾਵਰ ਫੈਕਟਰ 'ਤੇ ਦੇਖੋ ਉਹਨੇ ਤਾਂ ਡਿਜ਼ਾਈਨ ਕੀਤੀ ਸੀ ਜੋ ਇੱਕ ਰੈਗੂਲਰ ਪਾਵਰ ਫੈਕਟਰ 0.8 'ਤੇ ਮੰਨ ਲਓ ਨਾ ਬਟ ਮੋਹਰੇ ਆਪਾਂ ਘਰ 'ਤੇ ਆਣੇ ਸਪੋਜ਼ ਕਰੋ ਆਪਾਂ ਆਪਣੇ ਘਰਾਂ ਦੀਆਂ ਗੱਲ ਕਰੀਏ ਪੱਖੇ ਆ ਏਸੀ ਚੱਲਦੇ ਆ ਕੂਲਰ ਚੱਲਦੇ ਆ ਬਟ ਕੋਈ ਨਹੀਂ ਇਹ ਧਿਆਨ ਦਿੰਦਾ ਯਾਰ ਵੀ ਇਹ ਤਾਂ ਆਪਾਂ ਪਾਵਰ ਫੈਕਟਰ ਇਨਕਰੀਜ਼ ਕਰੀਏ ਥੋੜ੍ਹਾ ਜਿਹਾ ਤਾਂ ਕਿ ਲੋਡ ਘਟੇ ਹੈ ਨਾ। ਉਸ ਕੇਸ ਦੇ ਅਗਰ ਆਪਾਂ ਪਾਵਰ ਫੈਕਟਰ ਇਨਕਰੀਜ਼ ਕਰਦੇ ਹਾਂ ਤਾਂ ਲੋਡ ਘਟਦਾ ਤਾਂ ਨੈਚੁਰਲ ਆ ਸਪਲਾਇਰ ਨੂੰ ਵੀ ਥੋੜ੍ਹੀ ਸੌਖ ਹੋ ਜਾਂਦੀ ਆ ਉਹਨੂੰ ਘੱਟ ਲੋਡ 'ਤੇ ਮਸ਼ੀਨਾਂ ਜਿਹੜੀਆਂ ਚਲਾਉਣੀਆਂ ਪੈਂਦੀਆਂ। ਇਸ ਤਰ੍ਹਾਂ ਇਹ ਜਿਹੜਾ ਸਿਸਟਮ ਆ ਡਿਪੈਂਡ ਕਰਦਾ ਹੈਗਾ ਸਾਡੀ ਜਿਹੜੀ ਐਡਵਾਂਟੇਜ ਦੇ ਉੱਤੇ। ਠੀਕ ਹੈ ਜੀ ਡਿਸਐਡਵਾਂਟੇਜ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਸੀਗੀਆਂ। ਹੁਣ ਨੈਕਸਟ ਆਪਾਂ ਦੇਖਦੇ ਹਾਂ ਹੁਣ ਲਾਸਟ ਟੌਪਿਕ ਹੈ ਕਾਜ਼ਜ਼ ਆਫ ਲੋ ਪਾਵਰ ਫੈਕਟਰ। ਹੁਣ ਲੋ ਪਾਵਰ ਫੈਕਟਰ ਕਿਉਂ ਹੁੰਦਾ ਹੈਗਾ ਦੇਖੋ ਆਪਾਂ ਸਾਰਾ ਕੁਝ ਡਿਸਕਸ ਕਰਨ ਦੇ ਵਿੱਚ ਸਾਨੂੰ ਇੱਕੋ ਗੱਲ ਕਲੀਅਰ ਹੋਈ ਕਿ ਜਿਹੜਾ ਲੋ ਪਾਵਰ ਫੈਕਟਰ ਹੈ ਡਿਊ ਟੂ ਇੰਡਕਟਿਵ ਲੋਡ ਹੁੰਦਾ ਕਿਉਂਕਿ ਇੰਡਕਟਿਵ ਲੋਡ ਜਿਹੜਾ ਉਹ ਲੈਗਿੰਗ 'ਚ ਚੱਲਦਾ ਇੰਡਕਟਿਵ ਜਿਹੜਾ ਕਪੈਸਿਟਿਵ ਲੋਡ ਆ ਉਹ ਜਿਹੜਾ ਲੀਡਿੰਗ 'ਚ ਚੱਲਦਾ ਹੈ ਅਤੇ ਡਿਊ ਟੂ ਇੰਡਕਟਿਵ ਲੋਡ ਜਿਹੜਾ ਆ ਸਾਡਾ ਪਾਵਰ ਫੈਕਟਰ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਪਾਵਰ ਫੈਕਟਰ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਰੰਟ ਆ ਉਹ ਇਨ ਫੇਸ ਚੱਲੇਗਾ ਤਾਂ ਬੈਟਰ ਹੈਗਾ ਇਨ ਫੇਸ ਚੱਲੇਗਾ ਤਾਂ ਬੈਟਰ ਹੈਗਾ ਬਟ ਕਰੰਟ ਜਿਹੜਾ ਉਹ ਲੈਗ ਕਰਦਾ ਹੈਗਾ ਪਿੱਛੇ ਰਹਿੰਦਾ ਲੈਗਿੰਗ ਪਾਵਰ ਫੈਕਟਰ ਚੱਲਦਾ ਹੈਗਾ ਤਾਂ ਉਹਨੂੰ ਆਪਾਂ ਲੀਡਿੰਗ ਬਣਾਉਣ ਲਈ ਜਾਂ ਨੀਅਰ ਟੂ ਮਤਲਬ ਬੰਨ ਲੈ ਕੇ ਆਉਣ ਲਈ ਸਾਨੂੰ ਜਿਹੜਾ ਹੈ ਉਹ ਕਪੈਸਿਟਿਵ ਲੋਡ ਚਾਹੀਦਾ ਹੈ ਨਾ ਬਟ ਸਾਡੇ ਕੋਲ ਜ਼ਿਆਦਾ ਕਿਹੜਾ ਲੋਡ ਲੱਗਾ ਹੈ ਇੰਡਕਟਿਵ। ਕਿੱਦਾਂ ਦੇਖੋ ਕਹਿੰਦਾ ਯੂਜ਼ਫੁਲ ਰੀਜ਼ਨ ਫॉर the usual reason for the low power factor is because of inductive load ਕਰਕੇ ਕਹਿੰਦਾ ਪਾਵਰ ਫੈਕਟਰ ਲੋ ਹੋ ਰਿਹਾ। ਕਿੱਦਾਂ ਦਾ ਕਰੰਟ ਇਨ ਦਾ ਇੰਡਕਟਿਵ ਲੋਡ ਲੈਗ ਬਿਹਾਈਂਡ ਦਾ ਵੋਲਟੇਜ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਲੈਗ ਕਰਦੀ ਹੈਗੀ ਕਰੰਟ ਦੀ ਵੈਲਿਊ ਜਿਹੜੀ ਆ ਵੋਲਟੇਜ ਨਾਲੋਂ ਪਿੱਛੇ ਹੈ ਕਰੰਟ ਦਾ ਪਾਵਰ ਫੈਕਟਰ ਇਜ਼ ਦੇਅਰਫੋਰ ਲੈਗਿੰਗ। ਇਸ ਕਰਕੇ ਪਾਵਰ ਫੈਕਟਰ ਵੀ ਉਹ ਲੈਗਿੰਗ ਹੀ ਚੱਲੇਗਾ। ਕਹਿੰਦਾ ਦ ਇੰਪੋਰਟੈਂਟ ਇੰਡਕਟਿਵ ਲੋਡਸ ਰਿਸਪੋਂਸੀਬਲ ਫॉर द लो पावर फैक्टर्स आर द 3-phase इंडक्शन मोटर्स which operates at a 0.8 ਲੈਗਿੰਗ ਫੈਕਟਰ ਬਟ ਉਹ 0.8 ਤੇ ਚੱਲਦੀਆਂ ਨਹੀਂ ਘੱਟ 'ਤੇ ਚੱਲਦੀਆਂ। ਫਿਰ ਟਰਾਂਸਫਾਰਮਰਸ ਆਰਕ ਲੈਂਪਸ ਵੈਲਡਿੰਗ ਇਕੁਇਪਮੈਂਟਸ ਆਪਰੇਟਸ ਐਟ ਲੋ ਲੈਗਿੰਗ ਪਾਵਰ ਫੈਕਟਰ। ਇਲੈਕਟ੍ਰਿਕ ਪਾਵਰ ਫੈਕਟਰ ਇੰਪਰੂਵਮੈਂਟ ਮੈਥਡਸ ਆਰ ਯੂਜ਼ਡ ਫॉर ਇੰਪਰੂਵਿੰਗ ਦਾ ਵੈਲਿਊ ਆਫ ਪਾਵਰ ਫੈਕਟਰ ਇਨ ਏ ਪਾਵਰ ਸਿਸਟਮ। ਹੁਣ ਆਪਾਂ ਆਪਣੀ ਕਰੰਟ ਦੀ ਵੈਲਿਊ ਪਾਰਟੀਕੂਲਰ ਇੱਕ ਸੇਫ ਵੈਲਿਊ ਰੱਖਣ ਲਈ ਜੋ ਆਪਾਂ ਜੋ ਡਿਜ਼ਾਈਨ ਕੀਤੀ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਪਾਵਰ ਫੈਕਟਰ ਆ ਉਹ ਜ਼ਿਆਦਾ ਰਵੇ ਜੋ ਅਸੀਂ ਨਾਰਮਲ ਡਿਜ਼ਾਈਨ ਕੀਤਾ ਉੱਥੇ ਤੱਕ ਰਵੇ ਜਾਂ ਉਸ ਤੋਂ ਜ਼ਿਆਦਾ ਹੋਵੇ ਤਾਂ ਬਹੁਤ ਵਧੀਆ ਤਾਂ ਉਸ ਤੋਂ ਡਾਊਨ ਨਾ ਜਾਵੇ ਸਾਡੀ ਕੋਸ਼ਿਸ਼ ਹੁੰਦੀ ਆ ਉਹਨੂੰ ਇੰਪਰੂਵ ਕਰਨ ਲਈ। ਕਹਿੰਦਾ ਆਪਾਂ ਪਾਵਰ ਫੈਕਟਰ ਇੰਪਰੂਵਮੈਂਟ ਜਿਹੜੇ ਆ ਮੈਥਡਸ ਜਿਹੜੇ ਯੂਜ਼ ਕਰਦੇ ਹੈਗੇ ਉਹ ਆਪਾਂ ਅੱਗੇ ਨੈਕਸਟ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।